ਫਿਰ ਇਹਨਾਂ ਨੇ ਲਿਆਂਦੇ ਇਨਵੈਸਟਰ ਬੰਬੇ ਦਿੱਲੀ ਤੋਂ ਬਾਹਰ ਦੇ। ਉੱਥੇ ਫਿਰ ਬਾਈ ਬੱਬੂ ਮਾਨ ਹੋਰਾਂ ਨੇ ਸਾਨੂੰ ਕਿਹਾ, ਸਾਨੂੰ ਇਹ ਗੱਲ ਕਹੀ ਹੈ ਕਿ ਆਹ ਬੰਦੇ ਮਾਰ ਦਿਓ, ਜਿੰਨਾ ਚਿਰ ਇਹ ਬੰਦੇ ਨਹੀਂ ਮਾਰਦੇ ਤੁਸੀਂ ਉਹਨਾਂ ਚਿਰ ਠੰਡ ਠੰਡੋਰਾ ਨਹੀਂ। ਫਿਰ ਪਤਾ ਇਹ ਵੀ ਲੱਗਿਆ ਕਿ ਕੁਝ ਬੰਦੇ ਸਿੱਧੂ ਮੂਸੇਵਾਲੇ ਨੂੰ ਗੋਲੀ ਵੀ ਮਾਰਨ ਲੱਗੇ ਸੀ। ਹੁਣ ਪੁਲਿਸ ਨੇ ਉਹ ਬੰਦੇ ਫੜ ਵੀ ਲਏ ਆ। ਉਹ ਬੰਦੇ ਫਿਰ ਕੌਣ ਸੀ? 10-12 ਸਾਲ ਇਸ ਗੱਲ ਨੂੰ ਹੋ ਗਏ। ਸੁੱਖਾ ਉਹ ਅੰਦਰ ਹੁੰਦਾ ਸੀ ਤੇ ਮੈਂ ਤੇ ਜਦੋਂ ਵੀ ਬਾਹਰ ਸੀ ਤੇ ਜਿਵੇਂ ਆ ਬੰਬੇ ਤੇ ਫਿਲਮਾਂ ਨੂੰ ਤੁਸੀਂ ਕਹਿੰਦੇ ਵੀ ਪ੍ਰੋਟੈਕਸ਼ਨ ਮਨੀ ਜਾਣ ਬੱਚੀ ਤੇ ਆ ਜੀ ਪੈਸੇ ਰੱਖ ਲਓ ਤੇ 2-3 ਲੱਖ ਰੁਪਇਆ ਤੱਕ ਲੋਕ ਸਾਡੇ ਇੱਥੇ ਪੈਰਾਂ 'ਚ ਰੱਖ ਕੇ ਔਖੇ ਕਰਕੇ ਜਾਂਦੇ ਰਹੇ ਕਿ ਹਾਂ ਬਈ ਤੁਹਾਨੂੰ ਤੋਂ ਵੀ ਆਪਣੀ ਜਿਹੜੀ ਨਾ ਹੱਥ ਰੱਖੇ, ਸਾਡੇ ਲੋੜ ਪਏ ਕਿਤੇ ਤੇ ਕੋਈ ਮਦਦ ਸਾਡੀ ਕਰਿਓ ਜੀ। ਉਹ ਕਿਹੜੇ ਬੰਦੇ ਸੀ ਜਿਹੜੇ ਪ੍ਰੋਟੈਕਸ਼ਨ ਲੈਣ ਦੇ ਲਈ ਸੁੱਖੇ ਦੇ ਕਰਕੇ ਤੁਹਾਡੇ ਪੈਰਾਂ ਦੇ ਵਿੱਚ ਪੈਸੇ ਰੱਖ ਕੇ ਜਾਂਦੇ ਸੀ? ਕਿਹੜੇ ਪੋਲੀਟੀਕਲ ਬੰਦੇ ਸੀ ਜਾਂ ਕਿਹੜੇ ਇੰਡਸਟਰੀ ਦੇ ਬੰਦੇ ਸੀ? ਤੁਹਾਡੇ ਚੈਨਲ ਬੰਦ ਹੋ ਜਾਣੇ ਇੱਕ ਵਿੱਚ। ਇਹ ਡਰੱਗ ਆ ਨਹੀਂ ਗਿਆ, ਜਿਹੜੀਆਂ ਚੀਜ਼ਾਂ ਆਪਣੇ ਆਸੇ-ਪਾਸੇ ਘਟ ਰਹੀਆਂ ਹੁੰਦੀਆਂ ਨਾ ਘਟਨਾਵਾਂ, ਇਹ ਵਾਪਰ ਨਹੀਂ ਰਹੀਆਂ ਹੁੰਦੀਆਂ, ਇਹ ਪਲਾਨ ਕੀਤੀਆਂ ਗਈਆਂ ਹੁੰਦੀਆਂ ਕਿ ਵਾਪਰਨ। ਭਈਏ ਲਿਆਂਦੇ ਗਏ ਯੂਪੀ ਬਿਹਾਰ ਤੋਂ ਇੱਕ ਖਾਸ ਯੋਜਨਾ ਦੇ ਇੱਕ ਛੜਯੰਤਰ ਦੇ ਤਹਿਤ ਲਿਆ ਕੇ ਸਾਰਾ ਕੰਮ ਉਹਨਾਂ ਨੇ ਸੰਭਾਲ ਲਿਆ। ਨੌਜਵਾਨੀ ਨੂੰ ਪੰਜਾਬ ਨੂੰ ਕਰਤਾ ਪਹਿਲਾਂ ਵਿਹਲੇ ਕਰੋ, ਰੈਡੀ ਕਰੋ। ਵਿਹਲਾ ਬੰਦਾ ਨਸ਼ੇ ਦਾ ਕਰਦਾ, ਜਦੋਂ ਨਸ਼ੇ ਤੇ ਲੱਗ ਗਏ 8-10 ਸਾਲ ਨਸ਼ਾ ਹੱਥਾਂ ਵੜ ਗਿਆ, ਉਸ ਤੋਂ ਬਾਅਦ ਨਰੇਗਾ ਸਕੀਮ ਚਲਾ ਕੇ ਰੋਜ਼ਾਨਾ ਲੋਕਨਾਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਖਾਸ ਕਰ ਭਾਰਤ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਭਖੀ ਹੋਈ ਹੈ। ਇਹਨਾਂ ਆਰਡੀਨੈਂਸਾਂ ਦੇ ਖਿਲਾਫ ਕਿਸਾਨ ਲਾਮਬੰਦ ਹੋਏ ਨੇ, ਸੜਕਾਂ ਤੇ ਉਤਰੇ ਹੋਏ ਨੇ, ਖਾਸ ਕਰਕੇ ਬਜ਼ੁਰਗ ਕਿਸਾਨ। ਬਜ਼ੁਰਗ ਕਿਸਾਨਾਂ ਦੀ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਜਿਹੜੇ ਬਜ਼ੁਰਗ ਕਿਸਾਨ ਤਾਂ ਲਾਮਬੰਦ ਹੋ ਕੇ ਆਰਡੀਨੈਂਸਾਂ ਦੇ ਖਿਲਾਫ ਹੱਕਾਂ ਹਕੂਕਾਂ ਦੀ ਲੜਾਈ ਲੜ ਰਹੇ ਨੇ, ਪਰ ਉਹਨਾਂ ਦੇ ਜਿਹੜੇ ਬੱਚੇ ਨੇ, ਨੌਜਵਾਨ ਨੇ, ਉਹ ਜਾਂ ਤਾਂ ਵਿਦੇਸ਼ਾਂ ਦੇ ਵਿੱਚ ਚਲੇ ਗਏ ਜਾਂ ਜਿਹੜੇ ਬਹੁਤੇ ਬੇਰੁਜ਼ਗਾਰੀ ਦੇ ਕਾਰਨ ਟੈਨਸ਼ਨ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਤੇ ਉਹ ਨਸ਼ੇ ਵੱਲ ਪਾਸੇ ਧੱਕੇ ਗਏ। ਤੇ ਕੁਝ ਜਿਹੜੇ ਹੈਗੇ ਆ ਬਚੇ ਹੋਏ ਨੌਜਵਾਨ, ਉਹ ਗਾਇਕਾਂ ਦੀ ਲੜਾਈ ਲੜ ਰਹੇ ਨੇ। ਫੈਨਸ ਬਣ ਕੇ ਇੱਕ ਦੂਜੇ ਦੇ ਜਿਹੜੇ ਵਿਰੋਧੀ ਉਹਨਾਂ ਦੇ ਜਿਹੜੇ ਗਾਇਕ ਨੇ, ਉਹਨਾਂ ਦੇ ਜਿਹੜੇ ਵਿਰੋਧੀ ਗਾਇਕ ਨੇ, ਉਹ ਆਪਸ ਦੇ ਵਿੱਚ ਲੜ ਰਹੇ ਨੇ ਤੇ ਨੌਜਵਾਨ ਉਹਨਾਂ ਦੇ ਪਿੱਛੇ ਲੜ ਕੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਖੂਬ ਗਾਲੀ ਗਲੋਚ ਕਰ ਰਹੇ ਨੇ, ਪਰ ਆਪਣੇ ਹੱਕਾਂ ਹਕੂਕਾਂ ਨੂੰ ਜਿਹੜਾ ਭੁੱਲ ਚੁੱਕੇ ਨੇ। ਮੇਰੇ ਨਾਲ ਇੱਕ ਅਜਿਹਾ ਨੌਜਵਾਨ ਹੈ ਕੈਨੇਡਾ ਤੋਂ ਆਨਲਾਈਨ ਜੁੜਿਆ ਹੋਇਆ, ਜਿਹੜਾ ਕਦੀ ਤਾਂ ਜਿਹੜਾ ਸੰਤ ਭਿੰਡਰਾਂ ਵਾਲਿਆਂ ਦੀ ਆਵਾਜ਼ ਦੇ ਕਰਕੇ ਹੂਬਹੂ ਨਕਲ ਕਰਨ ਦੇ ਕਰਕੇ ਚਰਚਾ ਚਾਹੁੰਦਾ ਹੈ, ਕਦੀ ਉਹ ਗਾਇਕੀ ਦੇ ਕਰਕੇ ਚਰਚਾ ਚਾਹੁੰਦਾ ਹੈ, ਕਦੀ ਮਸ਼ਹੂਰ ਗੈਂਗਸਟਰ ਸੁੱਖਾ ਕਾਹਲੂਆਂ ਦਾ ਨਜ਼ਦੀਕੀ ਸਾਥੀ ਹੋਣ ਦੇ ਕਰਕੇ ਚਰਚਾਵਾਂ ਦੇ ਵਿੱਚ ਆਉਂਦਾ ਹੈ, ਤੇ ਕਦੇ ਪੰਜਾਬੀਆਂ ਦੇ ਹੱਕਾਂ ਹਕੂਕਾਂ ਦੀ ਗੱਲ ਕਰਨ ਕਰਕੇ ਚਰਚਾਵਾਂ ਦੇ ਵਿੱਚ ਰਹਿੰਦਾ ਹੈ। ਮੇਰੇ ਨਾਲ ਕੈਨੇਡਾ ਤੋਂ ਜੁੜੇ ਹੋਏ ਨੇ ਅਮਰਤ ਚੀਮਾ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਮਰ ਜੀ, ਸਵਾਗਤ ਹੈ ਰੋਜ਼ਾਨਾ ਲੋਕਨਾਦ ਟੀਵੀ ਤੇ ਤੁਹਾਡਾ। ਵਿੰਦਰ ਸਿੰਘ ਜੀ, ਆਪ ਜੀ ਨੂੰ ਔਰ ਤੁਹਾਡੇ ਚੈਨਲ ਦੀ ਸਮੁੱਚੀ ਆਡੀਅנס ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਮਰ ਜੀ, ਸ਼ੁਰੂਆਤ ਕਰਦੇ ਆ। ਨੌਜਵਾਨੀ ਜਿਹੜੀ ਭਟਕ ਚੁੱਕੀ ਹੈ ਖੇਤੀ ਆਰਡੀਨੈਂਸ ਦੇ ਕਰਕੇ, ਬਜ਼ੁਰਗ ਤਾਂ ਲਾਮਬੰਦ ਨੇ ਪਰ ਨੌਜਵਾਨ ਨਸ਼ੇ ਦੇ ਵਿੱਚ ਧੱਕੇ ਹੋਏ ਨੇ। ਮੈਂ ਤੁਹਾਡੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖ ਰਿਹਾ ਸੀ ਜਿਹਦੇ ਵਿੱਚ ਤੁਸੀਂ ਨਸ਼ੇ ਨੂੰ ਲੈ ਕੇ ਬਹੁਤ ਸਾਰੇ ਚਾਨਣਾ ਪਾਇਆ। ਇਸ ਦਾ ਕਾਰਨ ਹੈ ਕਿ ਮੈਂ ਤੁਹਾਡੇ ਨਾਲ ਅੱਜ ਇੱਕ ਵਾਰ ਫਿਰ ਤੋਂ ਆਨਲਾਈਨ ਜਿਹੜੀ ਇੰਟਰਵਿਊ ਕਰ ਰਿਹਾ। ਤੁਸੀਂ ਬਹੁਤ ਸਾਰੇ ਫੈਕਟ ਦੱਸੇ ਸੀਗੇ ਕਿ ਪੰਜਾਬ ਦੇ ਵਿੱਚ ਨਸ਼ਾ ਆਇਆ ਕਿਵੇਂ, ਥੋਪਿਆ ਕਿਵੇਂ ਗਿਆ। ਕੁਝ ਗੱਲਾਂ ਮੈਂ ਸਮਝ ਗਿਆ, ਕੁਝ ਗੱਲਾਂ ਹੋਰ ਸਮਝਣਾ ਚਾਹੂੰਗਾ ਤੇ ਕੁਝ ਬਹੁਤੀਆਂ ਗੱਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਸਮਝਾਓ ਤਾਂ ਜੋ ਇਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਨਸ਼ਾ ਆਉਣ ਦਾ ਤੇ ਨਸ਼ਾ ਥੋਪਣ ਦਾ ਕਾਰਨ ਕੀ ਰਿਹਾ ਪੰਜਾਬ ਦੇ ਵਿੱਚ। ਇਹਦੇ ਚ ਆ ਜੀ ਵੀ ਡਰੱਗ ਜਿਹੜਾ ਨਾ, ਇਹ ਡਰੱਗ ਆ ਨਹੀਂ ਗਿਆ, ਜਿਹੜੀਆਂ ਚੀਜ਼ਾਂ ਆਪਣੇ ਆਸੇ-ਪਾਸੇ ਘਟ ਰਹੀਆਂ ਹੁੰਦੀਆਂ ਨਾ ਘਟਨਾਵਾਂ, ਇਹ ਵਾਪਰ ਨਹੀਂ ਰਹੀਆਂ ਹੁੰਦੀਆਂ, ਇਹ ਪਲਾਨ ਕੀਤੀਆਂ ਗਈਆਂ ਹੁੰਦੀਆਂ ਕਿ ਵਾਪਰਨ। ਉਹਦੇ ਕੋਈ ਖਾਸ ਤਰ੍ਹਾਂ ਦੇ ਰਿਜ਼ਲਟ ਕੱਢਣੇ ਹੁੰਦੇ ਆ, ਕਿਸੇ ਨੂੰ ਦਬਾਉਣ ਲਈ, ਕਿਸੇ ਨੂੰ ਉਭਾਰਨ ਲਈ। ਇਹ ਜਿਹੜਾ ਡਰੱਗ ਆ, ਇਹਦੀ ਸ਼ੁਰੂਆਤ ਪਹਿਲਾਂ ਤਾਂ ਪੰਜਾਬ ਨੂੰ ਰੈਡੀ ਵੀ ਕਰਨਾ ਨਾ, ਡਰੱਗ ਨਸ਼ਾ ਤੇ ਨਸ਼ੇ ਵਾਸਤੇ ਤਿਆਰ ਕਰਨਾ। ਨਸ਼ਾ ਕਿਉਂ ਕਰੂਗਾ? ਉਹਦੇ ਵਾਸਤੇ ਕੀ ਕੀਤਾ ਕਿ ਅੱਜ ਤੋਂ ਜੇ ਆਪਾਂ 16-17 ਸਾਲ ਪਿੱਛੇ ਜਾ ਕੇ ਦੇਖ ਲਈਏ, ਆਮ ਇਹ ਗੱਲਾਂ ਹੋਣ ਲੱਗ ਪਈਆਂ ਸੀ ਕਿ ਹੁਣ ਜ਼ਿਮੀਂਦਾਰਾਂ ਦੇ ਮੁੰਡੇ, ਜੱਟਾਂ ਦੇ ਮੁੰਡੇ ਕੰਮ ਨਹੀਂ ਕਰਕੇ ਰਾਜੀ। ਬਿਲਕੁਲ ਉਹਦਾ ਫਰਕ ਸੀਗਾ ਕਿ ਭਈਏ ਲਿਆਂਦੇ ਗਏ ਯੂਪੀ ਬਿਹਾਰ ਤੋਂ ਇੱਕ ਖਾਸ ਯੋਜਨਾ ਦੇ ਇੱਕ ਛੜਯੰਤਰ ਦੇ ਤਹਿਤ
ਲਿਆ ਕੇ ਸਾਰਾ ਕੰਮ ਉਹਨਾਂ ਨੇ ਸੰਭਾਲ ਲਿਆ। ਨੌਜਵਾਨੀ ਨੂੰ ਪੰਜਾਬ ਦੀ ਨੂੰ ਕਰਤਾ ਵਿਹਲਾ। ਆ 2010 ਦਿਨ ਕੰਮ ਤੋਂ ਵਿਹਲੇ ਰਹਿ ਕੇ ਵੇਖ ਲਓ, ਫਿਰ ਕੰਮ ਵੱਲ ਨੂੰ ਜਾਣ ਨੂੰ ਜੀ ਨਹੀਂ ਕਰਦਾ। 8-10 ਸਾਲ ਦਾ ਸਮਾਂ ਏਦਾਂ ਹੀ ਲੰਘਾਇਆ ਵਿਹਲਿਆਂ ਉਹਨਾਂ ਦਾ। ਉਹਦੇ ਨਾਲ ਇੱਕ ਕੈਪਸੂਲ ਲਿਆਂਦੇ, ਉਦੋਂ ਨਵਾਂ ਨਸ਼ਾ ਚੱਲਿਆ ਸੀ ਮੈਡੀਕਲ ਦਾ, ਉਹਨੂੰ ਨੀਲੇ ਕਹਿੰਦੇ ਸੀ। ਅੱਜ ਕੱਲ੍ਹ ਤੇ ਮੈਨੂੰ ਪਤਾ ਲੱਗਾ ਮੈਡੀਕਲ ਦੀਆਂ ਸ਼ੌਪਾਂ ਤੇ ਉਹਦਾ ਰੰਗ ਬਦਲ ਗਿਆ, ਬਟ ਅਜੇ ਉਹਨੂੰ ਨੀਲਾ ਹੀ ਸੱਦਦੇ ਆ। ਉਹ ਏਡਾ ਮਸ਼ਹੂਰ ਉਹ ਮਾਰਕੀਟ ਚ ਲਿਆਂਦਾ ਗਿਆ। ਹੁਣ ਜਿਹੜੇ ਮੁੰਡੇ ਵਿਹਲੇ ਰਹਿਣ ਲੱਗ ਪਏ ਸੀ, ਕੀ ਕਰੀਏ ਸ਼ਾਮ ਨੂੰ ਤਾਂ ਕਰੀਏ, ਚਲੋ ਗੋਲੀ ਗੱਟਾ ਖਾਓ। ਦਾਰੂ ਪਾਣੀ ਪੈਗ ਸ਼ੈਗ ਲਾਉਂਦਾ ਨਾ ਬੰਦਾ, ਉਦਾਂ ਹੀ ਪੈਗ ਲਾਉਂਦਾ ਹੋਵੇ। ਫਿਰ ਆਉਣਾ ਕੰਮ ਤੋਂ 8-10 ਵਜੇ 9 ਵਜੇ ਥੱਕਿਆ ਆਉਣਾ, ਉਹਨੇ ਕਿੱਥੋਂ ਉਹ ਰੋਟੀ ਖਾ ਕੇ ਪੈਸਾ ਸਾਰਾ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਲਿਆਓ ਇਸ ਤਰ੍ਹਾਂ ਕਿ ਪਹਿਲਾਂ ਵਿਹਲੇ ਕਰੋ, ਰੈਡੀ ਕਰੋ। ਵਿਹਲਾ ਬੰਦਾ ਨਸ਼ੇ ਵੱਲ ਜਾਂਦਾ। ਜਦੋਂ ਨਸ਼ੇ ਤੇ ਲੱਗ ਗਏ 8-10 ਸਾਲ ਨਸ਼ਾ ਹੱਡਾਂ 'ਚ ਵੜ ਗਿਆ, ਉਸ ਤੋਂ ਬਾਅਦ ਨਰੇਗਾ ਸਕੀਮ ਚਲਾ ਕੇ ਇਹ ਸਾਰੀ ਜਿਹੜੀ ਸੀ, ਜਿਹੜਾ ਭਈਏ ਸੀਗੇ, ਸਾਰੀ ਲੇਬਰ ਉਹ ਲੈ ਗਏ ਵਾਪਸ। ਸ਼ਾਰਟੇਜ ਹੋ ਗਈ ਲੇਬਰ ਦੀ, ਮੁੰਡੇ ਕੰਮ ਕਰਨਾ ਨਹੀਂ ਸੀ ਚਾਹੁੰਦੇ, ਕਿਉਂਕਿ 8-10 ਸਾਲ ਵਿਹਲੇ ਰੱਖਤੇ ਤੋਂ ਲਾਤੇ ਨੀਲਿਆਂ ਤੇ। ਉੱਥੇ ਜਿਹੜਾ ਕਿਸਾਨ ਬਾਪ ਸੀ ਨਾ, ਉਹ ਅੱਕ ਗਿਆ, ਉਹ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ। ਉੱਥੇ ਫਿਰ ਬਾਹਰੋਂ ਦਿੱਲੀ ਔਰ ਬੰਬੇ ਤੋਂ ਲੈ ਕੇ ਆਏ ਇਨਵੈਸਟਰ ਜ਼ਮੀਨਾਂ ਖਰੀਦਣ ਲਈ। ਉੱਥੇ ਬਾਈ ਬੱਬੂ ਮਾਨ ਹੋਰਾਂ ਨੇ ਸਾਨੂੰ ਇਹ ਗੱਲ ਕਹੀ, ਜੱਟਾਂ ਨੂੰ ਜ਼ਮੀਨ ਮਾਂ ਤੋਂ ਵੱਧ ਪਿਆਰੀ ਹੈ, ਵੱਡੀਆਂ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਹੈ। ਪਰ ਸਿੱਖਿਆ ਕੀ ਹੈ ਜੀ? ਗੱਡੀਆਂ 'ਚ ਟਰੈਕਟਰਾਂ ਤੇ ਗਾਣਾ ਵਜਾਇਆ, ਭੰਗੜੇ ਪਾਏ ਆ, ਉੱਤੋਂ ਸਿੱਖਿਆ ਤੇ ਨਹੀਂ। ਇਸ ਕਰਕੇ ਕਹਿੰਦੇ ਆ ਨਾ ਵੀ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਆ, ਜਿਹੜੇ ਚੰਗੇ ਲਿਖਣ ਵਾਲੀਆਂ ਕਲਮਾਂ ਵਾ, ਉਹ ਹਮੇਸ਼ਾ ਤਿਰਛੀ ਨਿਗਾਹ ਮਾਰ ਕੇ ਸਮਝਣਾ ਚਾਹੀਦਾ ਹੈ ਕਿ ਐਂਟਰਟੇਨਮੈਂਟ ਦੇ ਨਾਲ ਨਾਲ ਕੀ ਥੀਮ ਛੱਡ ਕੇ ਜਾ ਰਹੀਆਂ ਇਹ ਕਲਮਾਂ, ਕੀ ਕਹਿਣਾ। ਬਿਲਕੁਲ। ਖੈਰ, ਕਿਸਾਨ ਤਿਆਰ ਸੀ ਜ਼ਮੀਨ ਵੇਚਣ ਲਈ, ਇਨਵੈਸਟਰ ਲੈ ਆਉਂਦੇ। 10-10 ਲੱਖ ਵਾਲੀ ਜ਼ਮੀਨ ਕਰੋੜਾਂ-ਬੱਧੀ ਹੋ ਗਈ। ਮਾਰ ਪਜੈਰੂਆਂ, ਫੋਰਚੂਨਰਾਂ, ਡਰਾਈਵਰਾਂ, ਗੱਡੀਆਂ ਆ ਗਈਆਂ। ਪੁੱਛੋ ਕਿਸੇ ਨੂੰ ਨਹੀਂ ਕਿ 10 ਕਿੱਲੇ ਵੇਚ ਕੇ ਕਿਸੇ ਨੇ 5 ਵੀ ਬਣਾਈ ਹੋਈ, ਕੋਈ ਵਿਰਲਾ ਟਾਵਾ ਹੋਊਗਾ, ਵਿਰਲਾ ਵਾਂਝਾ ਕਿਸੇ ਕਿਸਮਤ ਵਾਲੇ ਨੇ ਬਣਾ ਲਈ। ਔਰ ਉਹਨਾਂ ਮਹਿੰਗੀਆਂ ਗੱਡੀਆਂ ਦੇ ਵਿੱਚ ਬਹੁਤਾਤ ਲੋਕਾਂ ਕੋਲ, ਸਾਰਿਆਂ ਕੋਲ ਨਹੀਂ, ਬਹੁਤਾਤ ਲੋਕਾਂ ਕੋਲ ਅੱਜ ਤੇਲ ਪਾਉਣ ਲਈ ਪੈਸੇ ਵੀ ਹਨ ਇਹਨਾਂ ਗੱਡੀਆਂ 'ਚ। ਬਿਲਕੁਲ। ਉਹ ਗੱਡੀਆਂ ਚੌਥਾ ਹਿੱਸਾ ਮੁੱਲ ਤੇ ਵਿਕੀਆਂ ਨੇ। ਕਿਉਂਕਿ ਕੋਠੀਆਂ ਪਾ ਲਈਆਂ, ਦੁਕਾਨਦਾਰੀ ਸੀ, ਜ਼ਮੀਨ ਦੁਕਾਨਦਾਰੀ ਸੀ, ਇਨਕਮ ਸੀ, ਸੋਰਸ ਆਫ ਇਨਕਮ ਸੀ। ਉਹ ਤੁਹਾਡੀ ਜਿਹੜੀ ਮਕਾਨਾਂ 'ਚ, ਦੁਕਾਨ ਤੁਹਾਡੀ ਮਕਾਨ 'ਚ ਤਬਦੀਲ ਕਰਾਤੀ, ਤੇ ਮਕਾਨ ਨੇ ਦੁਬਾਰਾ ਦੁਕਾਨ ਥੋੜੀ ਬਣਾ ਕੇ ਦੇਣੀ ਹੁੰਦੀ ਹੈ। ਬਿਲਕੁਲ। ਤੇ ਇਹ ਜਦੋਂ ਇੱਥੇ ਇੱਕ ਜ਼ਿਕਰ ਜੋ ਗੱਲ ਆ ਵੀ ਜਦੋਂ ਨਾ ਇਹ ਪਾਲਿਸੀਜ਼ ਬਣਦੀਆਂ ਨੇ ਕਿਸੇ ਮੁਲਕ 'ਚ, A ਔਰ B 2 ਟੀਮਾਂ ਹੁੰਦੀਆਂ ਨੇ, 10-12 ਬੰਦੇ ਇੱਕ ਟੀਮ ਹੁੰਦੇ ਆ, ਉਹ ਪਾਲਿਸੀ ਬਣਾਉਂਦੇ ਆ, ਉਹਨੂੰ ਅੱਗੋਂ ਕਾਊਂਟਰ ਕਰਕੇ ਤੋੜਦੇ ਆ ਆਪਣੇ ਦਿਮਾਗ ਨਾਲ। B ਟੀਮ ਵਾਲੇ ਹੁੰਦੀਆਂ ਦੋਵੇਂ ਆਪਣੀਆਂ ਨੇ, ਬਾਰ-ਬਾਰ ਤੋੜਦੇ ਆ। ਉਹ ਫਿਰ ਡਿਫਾਈਨ ਕਰਕੇ ਲਿਆਉਂਦੇ ਆ ਪਾਲਿਸੀ, ਫਿਰ ਤੋੜਦੇ ਆ, ਫਿਰ ਰੀਫਰੇਮ ਕਰਦੇ ਆ, ਫਿਰ ਤੋੜਦੇ ਆ, ਜਦੋਂ ਤੱਕ ਉਹ ਇੰਨੀ ਸਟਰੋਂਗ ਨਹੀਂ ਬਣ ਜਾਂਦੀ ਕਿ ਕੋਈ ਵੀ ਉਹਨੂੰ ਤੋੜ ਨਹੀਂ ਸਕਦਾ, ਉਹ 'ਚ ਕੋਈ ਕਮੀ ਨਹੀਂ ਰਹਿੰਦੀ, ਉਦੋਂ ਤੱਕ ਬਣਾਉਂਦੇ ਆ। ਏਦਾਂ ਹੀ ਜਦੋਂ ਫਿਰ ਵਿਰੋਧੀ ਜਮਾਤ ਨੇ ਕਿਹਾ ਵੀ ਜੇ ਇਹ ਤਾਂ ਸਕੀਮ ਠੀਕ ਆ ਵੀ ਪੰਜਾਬ ਨੂੰ ਇਸ ਰੂਪ 'ਚ ਮਾਰਾਂਗੇ, ਨਸ਼ੇ ਨਾਲ ਲਾ ਕੇ ਤਾਂ ਜ਼ਮੀਨਾਂ ਮੁਕਾ ਦਿਆਂਗੇ, ਫਾਈਨੈਂਸ਼ੀਅਲੀ ਆਰਥਿਕ ਤੌਰ ਤੇ ਇਹਨਾਂ ਨੂੰ ਤੋੜ ਦਿਆਂਗੇ, ਪਰ ਜੇ ਜਿਹੜਾ ਪੈਸਾ ਇਹਨਾਂ ਨੂੰ ਦੇ ਦੇਣਾ ਤੁਸੀਂ 10 ਲੱਖ ਵਾਲੀ ਜ਼ਮੀਨ ਨੂੰ ਕਰੋੜ ਦਾ ਕਿੱਲਾ, 70-80 ਲੱਖ ਦਾ ਕਿੱਲਾ, ਉਹ ਪੈਸਾ ਆ ਜੂਗਾ ਤੇ ਕਿਤੇ ਪੁਰਾਣੇ ਉਸੇ ਸਮੇਂ ਵਾਂਗੂ ਹੱਕ ਹਕੂਕ ਦੀ ਗੱਲ ਨਾ ਕਰਨ ਲੱਗ ਪੈਣ। ਸੌਖਾ ਬੰਦਾ ਵੀ ਹੱਕ ਹਕੂਕ ਦੀ ਗੱਲ ਕਰਦਾ, ਬਿਲਕੁਲ, ਤੇ ਬਿਲਕੁਲ ਮਰਿਆ ਬੰਦਾ ਵੀ ਫਿਰ ਕਰਦਾ ਜਦੋਂ ਕੋਈ ਰਾਹ ਲੱਭਦਾ ਨਾ ਕਿਸੇ ਪਾਸੇ। ਉਹ ਫਿਰ ਉਹਦਾ ਜਵਾਬ ਉਹਨਾਂ ਨੇ ਕਿਹਾ ਹੁੰਦਾ ਵੀ ਕਿਵੇਂ ਹੱਕ ਹਕੂਕ ਦੀ ਗੱਲ ਕਰ ਲੂਗਾ, ਨਾਲ ਹੀ ਚਿੱਟਾ ਵੀ ਲੈ ਆਂਦਾ ਪੈਰਲਲ। ਜਿਹੜਾ ਪੈਸਾ ਇਹਨਾਂ ਨੂੰ ਦੇਣਾ ਉਹ ਚਿੱਟੇ ਦੇ ਰੂਪ ਦੇ ਵਿੱਚ ਇਹਨਾਂ ਦੇ ਨੌਜਵਾਨਾਂ ਦੇ ਕੋਲੋਂ ਡਰੇਨ ਆਊਟ ਵੀ ਕਰ ਦੇਣਾ ਸਾਰਾ। ਬਿਲਕੁਲ। ਫਿਰ ਕਿਸੇ ਨੇ ਕਿਹਾ ਵੀ ਭੁੱਖੇ ਨੰਗੇ ਹੋ ਜਾਣਗੇ ਤੇ ਫਿਰ ਲੜਨਗੇ। ਉੱਥੇ ਇਹ ਗੱਲ ਸਰਕਾਰ ਨੇ ਕਹੀ ਹੈ, ਸਾਨੂੰ ਇਹ ਗੱਲ ਕਹੀ ਹੈ ਕਿ ਆਹ ਬੰਦੇ ਮਾਰ ਦਿਓ, ਜਿੰਨਾ ਚਿਰ ਇਹ ਬੰਦੇ ਨਹੀਂ ਮਾਰਦੇ ਤੁਸੀਂ, ਉਹਨਾਂ ਚਿਰ ਠੰਡ ਢੰਡੋਰਾ ਨਹੀਂ ਹੁੰਦਾ। ਇਹ ਸਰਕਾਰ ਨੇ ਵਿੱਚ ਅੱਗੇ ਸਰਕਾਰ ਨੇ ਇਹ ਗੱਲ ਕਹੀ ਕਿ ਆਹ ਜਿਹੜੇ ਬੰਦੇ ਨੇ ਪੰਜਾਬ ਹਤੈਸ਼ੀ ਨੇ, ਇਹ ਤੁਹਾਨੂੰ ਮਾਰਨੇ ਪੈਣੇ ਨੇ, ਬਗਾਵਤ ਨਾ ਕਰਨਾ। ਕਹਿੰਦੇ ਨਾ, ਇਸ ਗੱਲ ਨੂੰ ਕਾਊਂਟਰ ਕਰਨ ਲਈ ਇੱਕ ਸਾਜ਼ਿਸ਼ ਪਹਿਲਾਂ ਚਲਾਈ ਹੋਈ ਸੀ, ਉਹਦਾ ਨਾਂ ਸੀ ਹਮ ਦੋ ਹਮਾਰੇ ਦੋ। ਚਲਾਈ ਸਾਰੇ ਦੇਸ਼ 'ਚ, ਲਾਗੂ ਐਨਫੋਰਸ ਸਿਰਫ ਪੰਜਾਬ 'ਚ ਹੀ ਕਰਾਈ ਆ। ਦੇ ਮਾਰ ਟਰੱਕਾਂ ਟਰਾਲੀਆਂ ਦੇ ਡਾਲਿਆਂ ਤੇ ਇਹ ਸਾਰੇ ਪਾਸੇ ਇਹ ਗੱਲਾਂ ਚੱਲੀਆਂ ਨੇ, ਇਹ ਪੂਰੇ ਭਾਰਤ ਦੇ ਵਿੱਚ ਉਸ ਸਮੇਂ ਇਹਦਾ ਵਿਰੋਧ ਹੋਇਆ ਸੀ।
ਜਿਹੜੀ ਤੁਸੀਂ ਗੱਲ ਕਰ ਰਹੇ ਹੋ ਹਮ ਦੋ ਹਮਾਰੇ ਦੋ ਦਾ। ਬਾਕੀਆਂ ਨੇ ਵਿਰੋਧ ਕੀਤਾ ਹੋਊਗਾ, ਮੈਂ ਪੰਜਾਬ 'ਚ ਇਹਦਾ ਵੇਖਿਆ ਨਹੀਂ ਇਸ ਚੀਜ਼ ਦਾ। ਪੰਜਾਬ ਦੇ ਲੋਕਾਂ ਨੇ ਤੇ ਮੰਨ ਲਿਆ, ਹਮ ਦੋ ਹਮਾਰੇ ਦੋ ਕਰ ਲਏ। ਹੁਣ ਉਹ ਕਹਿੰਦੇ ਆ ਵੀ ਪੁਰਾਣੇ ਸਮੇਂ ਦੇ ਵਿੱਚ ਮੂਵਮੈਂਟਾਂ ਤਾਂ ਖੜੀਆਂ ਹੋ ਜਾਂਦੀਆਂ, ਅਸੀਂ ਸ਼ਹਾਦਤ ਲਈ ਲੋਕੀ ਤਿਆਰ ਰਹਿੰਦੇ ਸੀ, 5-7 ਭੈਣ ਭਰਾ ਹੁੰਦੇ ਸੀ, ਵਿੱਚੋਂ ਇੱਕ ਅੱਧਾ ਸ਼ਹੀਦ ਹੋ ਵੀ ਜਾਂਦਾ ਸੀ, ਜਾਂ ਇੱਕ ਅੱਧਾ ਰੱਖਿਆ ਹੀ ਇਹੋ ਜਿਹਾ ਹੁੰਦਾ, ਉਹਦਾ ਮੂੰਹ ਪਿਆਰ ਹੀ ਘੱਟ ਹੁੰਦਾ ਸੀ ਘਰਦਿਆਂ ਦੇ ਨਾਲ, ਉਹਨੇ ਤਾਂ ਹੀ ਰਹਿਣਾ ਵੀ ਕਿਤੇ ਕੋਈ ਜ਼ਮੀਨ ਜਮੂਨ ਵਾਲਾ ਸਾਡੇ ਵੱਲ ਮੂੰਹ ਕਰੇਗਾ ਤੇ ਗੋਲੀ ਗੱਟਾ ਚਲਾ ਦਿਆਂਗੇ, ਕੋਈ 5-4 ਸਾਲ ਅੰਦਰ ਲਾਵਾਂਗੇ, ਕੋਈ ਨਹੀਂ, ਵਿਆਹ ਹੋ ਜਾਊਗਾ, ਠੀਕ ਹੈ, ਨਾ ਅਸੀਂ ਲੇਟ ਹੋ ਜਾਊਗਾ 8-10 ਸਾਲ, ਕੋਈ ਚੱਕਰ ਨਹੀਂ। ਹੁਣ ਜਿਨ੍ਹਾਂ ਦੇ ਹੈ ਹੀ ਦੋ ਆ, ਉਹ ਇੱਕ ਕਿਵੇਂ ਮੂਵਮੈਂਟ ਦੀ ਭੇਟ ਚੜਾਉਣਗੇ? ਕਈਆਂ ਉਹਨਾਂ ਦੇ ਵੀ ਇੱਕ ਮੁੰਡਾ ਹੈ, ਕਈਆਂ ਦੇ ਇੱਕ ਹੀ ਮੁੰਡਾ ਹੈ। ਹਾਂ, ਤੇ ਕਈਆਂ ਦੇ ਦੋਵਾਂ ਮੁੰਡਿਆਂ ਦੇ ਵਿੱਚੋਂ ਕਿਸੇ ਦੋਵੇਂ ਤੇ ਕਿਸੇ ਦਾ ਇੱਕ ਨਸ਼ੇ ਨਾਲ ਮਾਰਿਆ। ਪੈਰਲਲ ਚੱਲ ਰਹੀਆਂ, ਭਈਏ ਲਿਆਉਣੇ, ਨਰੇਗਾ ਸਕੀਮ ਲੈ ਕੇ ਵਾਪਸ ਲੈ ਕੇ ਜਾਣਾ, ਨੀਲੇ ਚਲਾਉਣੇ, ਚਿੱਟਾ ਲਿਆਉਣਾ, ਜ਼ਮੀਨ ਮਹਿੰਗੀ ਕਰਾ ਕੇ ਉਸ ਪੈਸੇ ਦਾ ਕਿਤੇ ਇਨਵੈਸਟਮੈਂਟ ਨਹੀਂ ਹੋਣ ਦਿੱਤੀ, ਉਹਨੂੰ ਮੋੜ ਕੇ ਫਿਰ ਵਾਪਸ ਲੈ ਕੇ ਪੰਜਾਬ ਤੋਂ ਬਾਹਰ ਰਹਿੰਦਾ ਖੁੰਦਾ ਪੈਸਾ ਮੁੜ ਕੇ ਰੀਹੈਬ ਸੈਂਟਰ ਬਣਾ ਕੇ ਫਿਰ ਉਹ ਖਿੱਚੀ ਜਾਂਦੇ ਆ ਵਾਪਸ ਕਿ ਹੁਣ ਤੁਹਾਨੂੰ ਨਸ਼ਾ ਛਡਾਉਣਾ ਵੀ ਹੈ। ਉਸ ਤੋਂ ਬਾਅਦ ਇਹ ਜੋ ਚੀਜ਼ਾਂ ਸਾਰੀਆਂ ਲਾਗੂ ਹੋ ਗਈਆਂ, ਉਹਨਾਂ ਨੇ ਕਿਹਾ ਵੀ ਇੱਕ ਨਾਲ ਹੋਰ ਕਰਨਾ, ਵੀ IT ਦੇ ਕਾਲਜ ਬਹੁਤ ਬਣਾਏ ਪੰਜਾਬ 'ਚ, ਜਿਹਨੂੰ ਵੇਖ ਕੇ ਅੱਛਾ ਕਰ ਆਉਂਦੇ ਆ ਨਾ ਆਪਾਂ, ਬੱਲੇ ਬੱਲੇ ਬੜੀ ਤਰੱਕੀ। ਉਹਦੀ ਇੰਡਸਟਰੀ ਕਿੱਥੇ ਆ ਪੰਜਾਬ 'ਚ? IT ਦੀ ਕੰਮ ਕਰਨ ਲਈ ਬਾਹਰ ਜਾਣਾ ਪੈਂਦਾ ਹੈ, ਕਿਉਂਕਿ ਉਹ ਬਾਹਰ ਬੁਲਾਇਆ ਯੂਥ ਨੂੰ, ਪੰਜਾਬੀ ਮੁੰਡੇ ਕੁੜੀਆਂ ਨੂੰ, ਕਿ ਬਾਹਰ ਕੱਢ ਦੋ। ਜਦੋਂ ਕਿਤੇ ਗਾਂ ਗੱਲ ਕਰਨਗੇ, ਕੋਈ ਐਜੀਟੇਸ਼ਨ, ਕੋਈ ਮੋਰਚਾ ਲਾਉਣਗੇ ਪੰਜਾਬ ਦੇ ਵਿੱਚ, ਜਿਵੇਂ ਅੱਜ ਕਿਸਾਨਾਂ ਨੇ ਲਾਇਆ, ਤੇ ਬਾਹਰੋਂ ਬੈਠਿਆਂ ਦਬਕਾ ਮਾਰਾਂਗੇ, ਨੇ ਨਵਜ ਘੁੱਟਾਂਗੇ ਵੀ ਬਣਦੇ ਬੰਦੇ ਦੇ ਪੁੱਤ ਕੇ ਬਣਾਈਏ ਫਿਰ, ਤੇ ਤੁਹਾਡੇ ਪੰਜਾਬ ਤੋਂ ਬਾਹਰ ਰਹਿੰਦੇ ਪੰਜਾਬੀਆਂ ਦੀ ਇੱਥੇ ਸੰਗੀ ਮੀਚ ਦਿਆਂਗੇ ਫਰੈਸ਼ ਵੈਜ ਟੈਕਨੀਕਾਂ ਨੇ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਦੂਸਰਾ ਹੱਲਾ। ਪਹਿਲਾ ਹੱਲਾ ਸੀ ਜੋ 47 ਤੋਂ ਬਾਅਦ 60+ ਦੇ ਵਿੱਚ ਲੈ ਲਈਆਂ ਜ਼ਮੀਨਾਂ, ਸੀਲਿੰਗ ਲਾ ਲਈ। ਦੂਸਰਾ ਹੱਲਾ ਆ ਜਿਹੜਾ ਤੁਹਾਨੂੰ ਸਮਝਾਇਆ। ਤੀਸਰਾ ਹੱਲਾ ਜਿਹੜਾ ਹੁਣ ਹੋ ਰਿਹਾ, ਜਿਹੜਾ ਆਰਡੀਨੈਂਸ ਪਾਸ ਹੋ ਰਿਹਾ, ਕਰ ਦਿੱਤਾ ਕਿ ਮਾਲਕਾਂ ਕੋਲੋਂ ਨੌਕਰ ਬਣਾ ਕੇ ਉਸ ਜ਼ਮੀਨ 'ਚ ਕੰਮ ਕਰਾਇਆ। ਬਿਲਕੁਲ। ਵਿਚਾਰ ਮੈਂ ਤੁਹਾਡੇ ਸੁਣੇ, ਵਿਚਾਰ ਬਹੁਤ ਵਧੀਆ ਨੇ, ਬਹੁਤ ਚੰਗੀਆਂ ਗੱਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਤੇ ਮੈਨੂੰ ਵੀ ਚਲੋ ਸਮਝਣ ਨੂੰ ਮਿਲੀਆਂ। ਪਰ ਪਿਛੋਕੜ ਤੁਹਾਡਾ ਸੁੱਖੇ ਕਾਹਲੋਂ ਦੇ ਨਾਲ ਜੁੜਿਆ ਰਿਹਾ, ਗੈਂਗਸਟਰ ਜਿਹੜਾ ਰਿਹਾ ਹੈ ਨਾ ਤੁਹਾਡਾ ਪਿਛੋਕੜ। ਤੁਸੀਂ ਮੇਰੇ ਨਾਲ ਇੱਕ ਹੋਰ ਚੈਨਲ ਦੇ ਉੱਪਰ ਇੰਟਰਵਿਊਜ਼ ਕੀਤੀ ਸੀ, ਮੇਰੇ ਨਾਲ ਹੀ ਹੋਈ ਸੀਗੀ ਉਹ ਇੰਟਰਵਿਊ, ਉਹਦੇ ਵਿੱਚ ਤੁਸੀਂ ਇਹ ਗੱਲਾਂ ਮੰਨੀਆਂ ਵੀ ਨੇ ਕਿ ਉਹਦੇ ਵੀ ਅਜਿਹੀ ਵਿਚਾਰ ਸੀ, ਕਿਉਂਕਿ ਤੁਸੀਂ ਉਹਦੇ ਨਾਲ ਰਹੇ ਹੋ, ਤੁਹਾਡੇ ਇਹੋ ਜਿਹੇ ਵਿਚਾਰ ਨੇ, ਚੰਗੇ ਵਿਚਾਰ ਨੇ, ਕਿ ਗੈਂਗਸਟਰ ਤੁਹਾਡੇ ਜਿਹੜਾ ਸਾਥੀ ਸੁੱਖਾ ਕਾਹਲੂ ਸੀ, ਉਹਦੇ ਵੀ ਅਜਿਹੇ ਵਿਚਾਰ ਸੀਗੇ? ਜੀ ਬਿਲਕੁਲ, ਉਹ ਸਮਝਦਾ ਸੀ। ਸਗੋਂ ਜਿਹੜੇ ਬੰਦੇ ਏਦਾਂ ਇਸ ਉਮਰ 'ਚ ਰਾਹੋਂ ਕਰਾਹੇ ਹੋ ਜਾਂਦੇ ਆ, ਉਹ ਫਿਰ ਮੰਤਰੀ ਤੋਂ ਸੰਤਰੀ ਤੱਕ ਹਰ ਇੱਕ ਦੇ ਮੱਥੇ ਲੱਗਦੇ ਆ। ਸਾਨੂੰ ਸਗੋਂ ਇਹ ਗੱਲਾਂ ਛੇਤੀ ਸਮਝ ਲੱਗਣ ਲੱਗ ਪੈਂਦੀਆਂ। ਸਾਨੂੰ ਪੂਰੀ ਪਕੜ ਸੀ ਉਹਦੀ ਇਹਨਾਂ ਗੱਲਾਂ ਤੇ। ਬਿਲਕੁਲ। ਤਾਂ ਤੁਸੀਂ ਗਾਇਕੀ ਵਾਲੇ ਪਾਸਿਓਂ ਆਏ ਹੋ, ਗਾਇਕੀ ਤੁਹਾਡਾ ਪਿਛੋਕੜ ਰਿਹਾ ਹੈ, ਕਲਾਕਾਰੀ ਹੈ, ਕਲਾਕਾਰ ਹੋ ਤੁਸੀਂ। ਤੁਹਾਨੂੰ ਕਿਵੇਂ ਲੱਗਦਾ ਹੈ ਕਿ ਜਿਹੜੇ ਕਲਾਕਾਰ, ਜਿਨ੍ਹਾਂ ਨੂੰ ਲੱਗਦਾ ਕਿ ਮੇਰਾ ਹੁਣ ਕੈਰੀਅਰ ਖਤਮ ਹੋਣ ਵਾਲੇ ਪਾਸੇ ਨੂੰ ਆ, ਜਿਵੇਂ ਹੰਸ ਲਾ ਲਓ, ਹਾਲਾਂਕਿ ਉਹ ਪਹਿਲਾਂ 1-2 ਇਲੈਕਸ਼ਨ ਹਾਰ ਗਏ, ਫਿਰ ਚਲੋ ਦੁਬਾਰਾ ਦਿੱਲੀ ਜਾ ਕੇ ਜਿੱਤ ਗਏ। ਹੁਣ ਦੀਪ ਜਿਹੜੇ ਸਿੱਧੂ ਨੇ, ਉਹ ਸਨੀ ਦਿਓਲ ਦੇ ਨਾਲ ਪੰਜਾਬ ਆਏ ਸੀ, ਇਲੈਕਸ਼ਨ ਲੜੀ, ਉਹਨਾਂ ਦੇ ਨਾਲ ਪੂਰੀ ਕੰਪੇਨ ਵੀ ਉਹਨਾਂ ਨੇ ਕੀਤੀ, ਸਨੀ ਦਿਓਲ ਜਿੱਤ ਗਏ। ਐਸਾ ਵੀ ਹੈ ਬੜੇ ਸੌਖੇ ਤਰੀਕੇ ਦੇ ਨਾਲ, ਕਿਉਂਕਿ ਗਾਇਕੀ ਦੇ ਕਰਕੇ ਕਲਾਕਾਰਾਂ ਦਾ ਨਾਮ ਵੀ ਬਣਿਆ ਹੁੰਦਾ ਹੈ, ਉਹਨੂੰ ਕੈਸ਼ ਕਰ ਲਿਆ ਜਾਵੇ। ਤੁਹਾਨੂੰ ਲੱਗਦਾ ਕਿ ਇਸੇ ਕਰਕੇ ਕਲਾਕਾਰ ਇੱਧਰ ਨੂੰ ਆ ਰਹੇ ਨੇ, ਜਾਂ ਸੱਚਮੁੱਚ ਪੰਜਾਬ ਦੇ ਹੱਕ ਹਕੂਕਾਂ ਦੇ ਨਾਲ ਪਿਆਰ ਹੈ? ਇਹ ਤੁਸੀਂ ਇੱਕੋ ਲਾਈਨ ਦੇ ਵਿੱਚ 4-5 ਸਵਾਲ ਬੜੇ ਤਰੀਕੇ ਨਾਲ ਮੈਨੂੰ ਕਰਤੇ ਨੇ, ਪਰੋ ਦਿੱਤੇ ਨੇ ਮੇਰੇ ਸਾਹਮਣੇ, ਕੋਈ ਨਹੀਂ ਜਵਾਬ ਦੇਵਾਂਗੇ। ਜਿਹੜੀ ਗੱਲ ਹੰਸਰਾਜ ਦੀ ਹੈ, ਉਹਨਾਂ ਦਾ ਕੋਈ ਕਰੀਅਰ ਧੁੰਦਲਾ ਜਾਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਸੀ, ਉਹ ਸਿਆਸਤ 'ਚ ਆਏ ਆ। ਮੈਂ ਨਿੱਜੀ ਤੌਰ 'ਤੇ ਉਹਨਾਂ ਨੂੰ ਜਾਣਦਾ। ਬਾਕੀ ਜਿਹੜੀ ਗੱਲ ਬਾਈ ਸਿੱਧੂ ਹੋਰਾਂ ਦੀ ਹੈ, ਜਾਂ ਮੈਂ ਆਪਣੀ ਵੀ ਗੱਲ ਕਰਾਂ, ਚਲੋ ਮੰਨ ਲਓ ਅਸੀਂ ਨਹੀਂ ਬੋਲਦੇ ਤੇ ਬੜੀ ਮਹਾਰਾਜ ਦੀ ਬਖਸ਼ਿਸ਼ ਆ, ਮੈਂ ਗਾਉਣ ਪਾਣੀ ਵਾਲਾ ਸਿਸਟਮ ਆ, ਜੋਬ ਮੇਰੀ ਇੱਕ ਮੈਂ ਸਿਕਿਉਰ ਰੱਖੀ ਆ, ਬਿਜ਼ਨਸ ਮੇਰਾ ਵੱਖਰਾ ਚੱਲ ਰਿਹਾ ਐਕਸਪੋਰਟ ਇੰਪੋਰਟ ਦਾ, ਤੇ ਵਿਦੇਸ਼ 'ਚ ਬੈਠਾ, ਵੈਸਟਰਨ ਲਾਈਫ ਦੇ ਨਜ਼ਾਰੇ ਲਈਏ ਪੱਬਾਂ ਕਲੱਬਾਂ ਦੇ ਵਿੱਚ, ਜੋ ਮੇਰੀ ਉਮਰ ਦੇ ਮੁੰਡੇ ਕੁੜੀਆਂ ਹੋਰ ਕਰਦੇ ਆ, ਤੇ ਮੈਨੂੰ ਕਿਹੜਾ ਸਵਾਲ ਕਰ ਜੂਗਾ, ਜਾਂ ਬਾਈ ਦੀਪ ਸਿੱਧੂ ਨੂੰ ਕਿਹੜਾ ਸਵਾਲ ਕਰ ਜੂਗਾ? ਅਸੀਂ ਕਿਹੜਾ ਜਵਾਬ ਦੇ ਆ ਪੰਜਾਬ ਦੇ ਲੋਕਾਂ ਦੀਆਂ ਕਿਸੇ ਨੂੰ? ਪਰ ਇੱਕ ਜਨੂਨ ਹੈ, ਇੱਕ ਚੀਜ਼ ਦੀ ਸਮਝ ਆ ਰਹੀ ਹੈ ਕਿ ਆਹ ਚੀਜ਼ਾਂ
ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਇਹ ਕਹਿ ਕੇ ਦਿਖਾਈਆਂ ਜਾਂਦੀਆਂ ਕਿ ਇੱਕ ਲਗਜ਼ਰੀ ਹੈ ਕਿ ਬਿਜਲੀ, ਪਾਣੀ, ਕੱਪੜਾ, ਚੰਗੀ ਜੋਬ, ਗੱਡੀਆਂ, ਚੰਗੀਆਂ ਸੜਕਾਂ, ਇਹ ਲਗਜ਼ਰੀ ਕਹਿ ਕੇ ਵਿਖਾ ਕੇ ਵੋਟਾਂ ਲਈਆਂ ਜਾਂਦੀਆਂ ਹਰ 5 ਸਾਲਾਂ ਬਾਅਦ, ਤੇ ਮਿਲਦਾ ਕੁਛ ਵੀ ਨਹੀਂ। ਸਾਨੂੰ ਹੁਣ ਇਸ ਚੀਜ਼ ਦੀ ਸਮਝ ਲੱਗ ਗਈ ਆ ਵੀ ਇਹ ਲਗਜ਼ਰੀ ਨਹੀਂ, ਇਹ ਤੇ ਬੰਦੇ ਦਾ ਜਨਮਸਿੱਧ ਅਧਿਕਾਰ ਆ, ਉਹਨੂੰ ਮਿਲਣੀਆਂ ਚਾਹੀਦੀਆਂ ਨੇ। ਉੱਪਰ ਟੀਸੀ ਤੇ ਬੈਠੇ ਹੋਣ ਕਰਕੇ ਸਾਨੂੰ ਥੱਲੇ ਹੋ ਰਹੀ ਗੁਰਬਤ ਦਾ ਅੰਦਾਜ਼ਾ ਦੇਖ ਕੇ, ਇਸ ਕਰਕੇ। ਦੂਸਰੀ ਗੱਲ, ਸਿਆਸਤ ਦੇ ਵਿੱਚ ਮੈਂ ਉਸ ਪਾਸਿਓਂ ਨਿਕਲ ਕੇ ਇਸ ਪਾਸੇ ਆਇਆ। ਚੈੱਕ ਕਰ ਲਿਓ ਕਿਤੇ ਸਾਡਾ ਇਤਿਹਾਸ, ਵੱਡੇ ਕੈਂਡੀਡੇਟਸ ਦੀਆਂ ਵੱਡੀਆਂ ਕੰਪੇਨਾਂ ਸਾਡੇ ਘਰੋਂ ਸ਼ੁਰੂ ਹੁੰਦੀਆਂ ਸੀ। CM, ਕੈਬਨਿਟ ਲੈਵਲ ਦੇ ਜਿਹੜੇ ਮੰਤਰੀ ਸੀ ਘਰੇ ਆਉਣ ਜਾਣ ਸੀ। ਔਰ ਅੱਜ ਤੋਂ 10-12 ਸਾਲ ਪਹਿਲਾਂ ਉਹ ਚੀਜ਼ਾਂ ਮੈਂ ਛੱਡ ਕੇ ਆਇਆ। ਉਹ ਤੇ ਬਹੁਤ ਵਧੀਆ ਆਪਸ਼ਨ ਸੀ। ਇਹ ਨਹੀਂ ਕਿ ਨਹੀਂ ਕੀਤੀ, ਸਿਆਸਤ ਕੀਤੀ ਹੈ, ਉਸ ਪਾਸਿਓਂ ਛੱਡ ਕੇ ਆਏ ਹਾਂ, ਕਿਉਂਕਿ ਕਰਪਟ ਸਿਸਟਮ ਦੇ ਵਿੱਚ ਰਹਿ ਕੇ ਉਹਦਾ ਹਿੱਸਾ ਬਣ ਕੇ ਜਿਉਂ-ਜਿਉਂ ਵਿੱਚ ਸਮਝ ਆਉਂਦੀ ਸੀ ਕਿ ਇੱਦਾਂ ਲੋਕਾਂ ਦੇ ਨਾਲ ਧੱਕਾ ਕਰਕੇ, ਇਹਨਾਂ ਆਪਣੇ ਭਾਈਆਂ ਭੈਣਾਂ ਦੀਆਂ ਪੱਗਾਂ ਚੁੰਨੀਆਂ ਵੇਚ ਕੇ, ਇਹਨਾਂ ਦੀ ਦਲਾਲੀ ਕਰਕੇ, ਇਹਨਾਂ ਦੇ ਪੈਰ ਰੱਖ ਕੇ ਦਿੱਲੀ ਪਹੁੰਚਣਾ ਮੇਰਾ ਜ਼ਮੀਰ ਨੂੰ ਜਾ। ਦੂਜੀ ਗੱਲ, ਮੇਰੇ ਇਮੀਡੀਏਟ ਫੈਮਿਲੀ ਦੇ ਵਿੱਚੋਂ ਇੱਕ ਮੈਂਬਰ ਆ ਇੱਥੇ ਹੁਣ ਮੇਰੇ ਨਾਲ ਨੇ, ਉਹਨਾਂ ਨੂੰ IAS ਕਰਦਿਆਂ ਨੂੰ ਮੈਂ IAS ਛੁਡਾ ਕੇ ਇੱਥੇ ਬੁਲਾਇਆ। ਨਹੀਂ ਤੇ ਲਾਲ ਬੱਤੀ ਉਹਨਾਂ ਨੂੰ ਮਿਲ ਜਾਂਦੀ ਨੀਲੀ, ਉਹਨਾਂ ਨੂੰ ਮਿਲ ਜਾਂਦੀ, ਮੈਨੂੰ ਮਿਲ ਜਾਂਦੀ, ਇੱਕੋ ਗੱਲ ਸੀ। ਮੈਂ ਘੁੰਮਿਆ ਕਰਨਾ ਸੀ ਆਪ ਲਈ, ਧਮਕੀ ਮਾਰਦੇ ਲੋਕਾਂ ਨੂੰ, ਪਰ ਜ਼ਮੀਰ ਨਹੀਂ ਇਜਾਜ਼ਤ ਦਿੰਦਾ। ਤੇ ਮੈਂ ਕਿਹਾ ਦਫਾ ਕਰੋ, ਕਰਪਟ ਸਿਸਟਮ 'ਚ ਰਹਿ ਕੇ ਨਹੀਂ। ਕਿਉਂਕਿ ਮੇਰੀ ਅਪਬ੍ਰਿੰਗਿੰਗ ਇਹੋ ਜਿਹੀ ਸੀ, ਭਾਵੇਂ ਸਿਆਸੀ ਪਾਰਟੀਆਂ ਦੇ ਵਿੱਚ ਰਹੀ ਸਾਡੀ ਫੈਮਿਲੀ, ਪਰ ਫਾਦਰ ਸਾਹਿਬ ਮੇਰੇ ਕਹਿੰਦੇ ਸੀ ਵੀ ਇੱਥੇ ਜਾਨ ਮਾਲ ਦੀ ਰਾਖੀ ਲਈ ਹਰ ਤਰ੍ਹਾਂ ਦਾ ਸੋਰਸ ਵਰਤਣਾ ਪੈਂਦਾ, ਰਹਿਣਾ ਪੈਂਦਾ ਹੈ ਸਿਆਸੀ ਲੋਕਾਂ ਦੇ ਨਾਲ ਵਿੱਚ, ਪਰ ਕੋਈ ਸਿਸਟਮ ਬਣੇ ਸੇਫ ਜਗ੍ਹਾ ਤੇ ਕਿਤੇ ਬਹਿ ਕੇ ਇੱਕ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਇੱਕ ਸਿਸਟਮ ਦੇ ਖਿਲਾਫ ਇੱਕ ਜੰਗ ਜ਼ਰੂਰ ਵਿੱਢੀ ਜਾਂ ਜੰਗ ਦਾ ਹਿੱਸਾ ਬਣੀ। ਸੇਫ ਜਗ੍ਹਾ ਤੇ ਬਹਿ ਕੇ ਕਿਉਂ? ਜਿਹੜੀਆਂ ਗੱਲਾਂ ਅੱਜ ਮੈਂ ਕਰ ਰਿਹਾ, ਤੁਸੀਂ ਇੱਕ ਪੱਤਰਕਾਰ ਨਾ ਹੋ ਕੇ ਸਟੂਡੀਓ ਚੋਂ ਬਾਹਰ ਨਿਕਲ ਕੇ ਚੌਂਕ ਦੇ ਵਿੱਚ ਆ ਗੱਲਾਂ ਕਰਕੇ ਵਿਖਾ ਦਿਓ। ਇੱਥੇ ਸੱਚ ਨੂੰ ਸੂਲੀਏ, ਝੂਠ ਨੂੰ ਮਿਲਦੀ ਸੇਧ ਸ਼ਿੰਗਾਰੀ। ਉੱਥੇ ਬਹਿ ਕੇ ਸੱਚ ਬੋਲਣ ਨਹੀਂ ਦਿੰਦੇ, ਇਸ ਕਰਕੇ ਵੀ ਸੇਫ ਜਗ੍ਹਾ ਤੇ ਬਹਿ ਕੇ ਡੈਮੋਕ੍ਰੇਟ ਵੇ ਨਾਲ, ਪੀਸਫੁਲ ਵੇ ਦੇ ਨਾਲ ਇਹਨੂੰ ਚਲਾਓ। ਅਮਰ ਜੀ, ਗੱਲ ਇੱਕ ਇਹ ਵੀ ਹੈ, ਚਾਹੁੰਦੀ ਹੈ, ਸੁਣੋ, ਜਿਹੜੀ ਗੱਲ ਚੱਕਾ ਚਾਹੁੰਦੀ ਹੈ ਪੈਸੇ ਦੀ, ਅਜੇ ਉਦੋਂ ਮੈਂ ਤਾਂ ਟੀਨੇਜ ਦੇ ਵਿੱਚ ਸੀ, ਜਦੋਂ ਪੈਸੇ ਵੱਲ ਭੱਜਦਾ ਵੀ ਬੰਦਾ ਬਹੁਤ ਹੈ। ਚੱਕਾ ਚੌਂਦ ਉਹ ਬੰਦੇ ਨੂੰ ਲਵਾਉਂਦੀ ਵੀ ਜ਼ਿਆਦਾ ਹੈ। ਸੁੱਖੇ ਦੇ ਨਾਮ ਤੇ ਸੁੱਖਾ ਅੰਦਰ ਹੁੰਦਾ ਸੀ, ਮੈਂ ਸੀ, ਉਹਦੇ ਵਿੱਚ 2-3 ਲੱਖ ਰੁਪਇਆ ਲੋਕੀ ਪੈਰਾਂ 'ਚ ਰੱਖ ਕੇ ਮੱਥਾ ਟੇਕ ਕੇ ਜਾਣ ਤਿਆਰ ਹੁੰਦੀ ਸੀ ਸੁੱਖੇ ਕਰਕੇ, ਵੀ ਹਾਂ ਵੀ ਭਾਊ ਨੂੰ ਪਿਓ ਮਾੜਾ ਜਿਹਾ ਮੱਤ ਮਦਾਦ ਕਿਤੇ ਲੋੜ ਪਈ ਤੇ ਸਾਡੀ ਕਰਿਓ। ਤੇ ਕੋਈ ਬੰਦਾ ਗੁਰਦੁਆਰੇ ਚੜ ਕੇ ਸਹੁੰ ਦੇ ਕੇ ਕਹਿ ਦੇਵੇ ਇੱਕ, ਉਹ ਕਿਹੜੇ ਬੰਦੇ ਸੀ, ਉਹ ਕਿਹੜੇ ਬੰਦੇ ਸੀ ਜਿਹੜੇ ਸੁੱਖੇ ਤੋਂ, ਉਹ ਕਿਹੜੇ ਬੰਦੇ ਸੀ ਜਿਹੜੇ ਤੁਹਾਡੇ ਕਦਮਾਂ ਦੇ ਵਿੱਚ ਪੈਸੇ ਰੱਖ ਕੇ ਸੁੱਖੇ ਤੋਂ ਪ੍ਰੋਟੈਕਸ਼ਨ ਮੰਗਦੇ ਸੀ, ਸੁੱਖੇ ਤੋਂ ਮਦਦ ਮੰਗਦੇ ਸੀ? ਉਹਨਾਂ ਦਾ ਕੰਮ ਕੀ ਸੀ ਜਿਹੜਾ ਸੁੱਖੇ ਤੋਂ ਮਦਦ ਮੰਗਦੇ ਸੀ? ਵੇਖੋ ਹੁਣ ਇਹ ਤੇ ਗੱਲਾਂ ਕਿਹਦੀਆਂ, ਆਂਦਾ ਹਰ ਸ਼ਾਖ ਪੇ ਬੁਲਬੁਲ ਬੈਠਾ ਹੈ, ਇਲਜ਼ਾਮੇ ਗੁਲਸਿਤਾਂ ਕਿਆ ਹੋਊਗਾ। ਉਹ ਜੇ ਆਪਾਂ ਅੱਜ ਗੱਲ ਛੇੜ ਲੈਣੀ ਆ, ਫਿਰ ਗੱਲ ਉਧਰ ਨੂੰ ਚੱਲ ਪੈਣੀ ਹੈ, ਉਹ ਰਹਿਣ ਦੀ ਹੈ। ਆਪਣਾ ਅੱਜ ਵਿਸ਼ਾ ਜਿਹੜਾ ਪੰਜਾਬ ਦੇ ਲੋਕਾਂ ਦੇ ਹੱਕ ਹਕੂਕ ਦੀ ਗੱਲ, ਆਪਾਂ ਉਹਦੇ ਬਾਰੇ ਗੱਲ ਕਰੀਏ, ਰਹਿਣ ਦਿਓ। ਚਲੋ ਜੇ ਆਪਾਂ ਗੱਲ ਕਲਾਕਾਰਾਂ ਦੀ ਕਰ ਲਈਏ, ਤੁਸੀਂ ਗੱਲਬਾਤ ਤੁਸੀਂ ਜਵਾਬ ਦਿੱਤਾ ਕਿ ਚਲੋ ਮੈਂ ਇੱਧਰ ਕਿਸੇ ਲਾਲਚ ਕਰਕੇ ਨਹੀਂ ਆਇਆ, ਪਰ ਜੇ ਤੁਸੀਂ ਕਲਾਕਾਰ ਹੋ ਤੇ ਹੋਰ ਵੀ ਬਾਕੀ ਕਲਾਕਾਰ ਨੇ, ਮੇਰੀ ਇੱਕ DSP ਬਲਵਿੰਦਰ ਸਿੰਘ ਸੇਖੋਂ ਹੋਰਾਂ ਦੇ ਨਾਲ ਵੀ ਗੱਲਬਾਤ ਹੋਈ ਸੀ, ਉਹ ਵੀ ਕਹਿੰਦੇ ਸੀ ਕਿ ਜੇਕਰ ਆਪਾਂ ਹੱਕਾਂ ਹਕੂਕਾਂ ਦੀ ਲੜਾਈ ਕਰਨੀ ਆ, ਅਸਲ ਦੇ ਵਿੱਚ ਜਿਵੇਂ ਹੁਣ ਗਾਇਕ ਕਹਿੰਦੇ ਨੇ ਕਿ ਅਸੀਂ ਸੇਵਾ ਕਰ ਰਹੇ ਹਾਂ ਪੰਜਾਬੀ ਮਾਂ ਬੋਲੀ ਦੀ, ਪੰਜਾਬੀਅਤ ਦੀ ਸੇਵਾ ਕਰ ਰਹੇ ਹਾਂ, ਅਸਲ ਦੇ ਵਿੱਚ ਇਉਂ ਕਿਉਂ ਨਹੀਂ ਹੋ ਸਕਦਾ? ਕਿਉਂਕਿ ਜਿਸ ਤਰੀਕੇ ਨਾਲ ਫੈਨ ਫੋਲੋਇੰਗ ਹੈ, ਤੁਹਾਡੇ ਫੈਨ ਜਿਹੜੇ ਗਾਇਕ ਹੁੰਦੇ ਨੇ, ਅਦਾਕਾਰ ਹੁੰਦੇ ਨੇ, ਉਹਨਾਂ ਦੇ ਜਿਹੜੇ ਫੈਨ ਹੁੰਦੇ ਨੇ ਉਹਨਾਂ ਨੂੰ ਫੋਲੋ ਕਰਦੇ ਨੇ। ਅਗਰ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ, ਹਥਿਆਰਾਂ ਵਾਲੇ ਗਾਣੇ ਛੱਡ ਕੇ, ਜੇਕਰ ਤੁਸੀਂ ਪੰਜਾਬ ਦੇ ਹੱਕਾਂ ਹਕੂਕਾਂ ਦੇ ਲਈ ਗਾਉਂਦੇ ਹੋ, ਉਹ ਜਿਹੀਆਂ ਫਿਲਮਾਂ ਬਣਾਓ, ਗਾਣੇ ਗਾ ਕੇ ਤੁਸੀਂ ਗੱਲ ਕੀਤੀ ਕਿ ਨੌਜਵਾਨਾਂ ਨੂੰ ਨਸ਼ੇ ਵਾਲੇ ਪਾਸੇ ਲਿਜਾਇਆ ਗਿਆ। ਹੁਣ ਗਾਇਕ ਜਿਹੜੇ ਹੈਗੇ ਜੱਟ ਦੀ ਕਿਹੋ ਜਿਹੀ ਤਸਵੀਰ ਦਿਖਾਉਂਦੇ ਨੇ ਆਪਣੇ ਗਾਣਿਆਂ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਬੁਲਟ ਗੱਡੀਆਂ, ਜਦ ਕਿ ਅਜਿਹਾ ਅਸਲ ਦੇ ਵਿੱਚ ਗਾਇਕਾਂ ਨੇ ਜਿਹੜਾ ਦਿਖਾਇਆ ਗਾਣਿਆਂ ਦੇ ਵਿੱਚ, ਅਜਿਹੀ ਜੱਟ ਦੀ ਜਿਹੜੀ ਜ਼ਿੰਦਗੀ, ਕਿਸਾਨ ਦੀ ਜ਼ਿੰਦਗੀ ਅਜਿਹੀ ਨਹੀਂ ਗੀ। ਕਿਉਂ ਨਹੀਂ ਆਪਣੇ ਗਾਣਿਆਂ ਦੇ ਵਿੱਚ ਅਸਲ ਸੱਚਾਈ ਦਿਖਾਈ ਜਾਂਦੀ, ਤਾਂ ਜੋ ਅਸਲ ਤਸਵੀਰ ਜਿਹੜੀ ਨੌਜਵਾਨੀ ਦੇ ਸਾਹਮਣੇ ਪੇਸ਼ ਹੋ ਸਕੇ?
ਜੇ ਸੱਚ ਵਿਖਾਉਂਦੇ ਆ ਫਿਰ ਸੁਣਦਾ ਨਹੀਂ ਉਹਨਾਂ ਨੂੰ ਕੋਈ, ਕਿਉਂਕਿ ਸੱਚ ਬਰਦਾਸ਼ਤ ਕਰਨਾ ਔਖਾ ਹੈ। ਜੇ ਜੋ ਅੱਜ ਜੱਟ ਦੀ ਅਸਲ ਤਸਵੀਰ ਆ ਜੇ ਵਿਖਾਤੀ ਜਾਏ, ਤੇ ਬੀਇੰਗ ਅ ਜੱਟ ਮੈਂ ਵੀ ਕਹਾਂ ਤੇ ਮੈਂ ਵੇਖਣ ਨੂੰ ਤਿਆਰ, ਜੇ ਚਲੋ ਮੱਤ ਤੇ ਪਰਦਾ ਪਿਆ ਹੁੰਦਾ ਤੇ ਮੈਂ ਵੇਖਣ ਨੂੰ ਤਿਆਰ ਹੀ ਨਹੀਂ ਸੀ, ਤੇ ਫਿਰ ਉਹ ਕਲਾਕਾਰ ਚੱਲਦੇ ਨਹੀਂ। ਦੂਜੀ ਗੱਲ, ਜਿਹੜੀ ਪੰਜਾਬੀ ਮਾਂ ਬੋਲੀ ਦੀ ਸੇਵਾ ਵਾ, ਮੈਂ ਇੱਕ ਵਾਰੀ ਹੱਸਦਾ ਹੁੰਦਾ ਕਿ ਕਲਾਕਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਕਿ ਮਾਂ ਬੋਲੀ ਸਗੋਂ ਇਹਨਾਂ ਦੀ ਸੇਵਾ ਕਰਨ ਦੀ, ਰੋਟੀ ਦੇਣ ਡਈ ਹੈ। ਮਾਂ ਬੋਲੀ ਦੀ ਸੇਵਾ ਤਾਂ ਮੈਂ ਤਾਂ ਕਰਦਾ ਨਾ, ਪੰਜਾਬੀ ਦੇ ਨਾਮ ਤੇ ਤਾਂ ਸਾਰੀ ਉਮਰ ਖਾ ਰਹੇ ਨੇ। ਨਹੀਂ ਖਾ ਰਹੇ ਨੇ, ਪੰਜਾਬੀ ਮਾਂ ਬੋਲੀ ਦੀ ਸੇਵਾ। ਇਹੀ ਗਾਇਕ ਜੇ ਕਿਸੇ ਹੋਰ ਭਾਸ਼ਾ ਦੇ ਵਿੱਚ ਗਾਣਾ ਗਾਉਣ, ਪੰਜਾਬੀ ਸੁਣਨ ਨਾ। ਬਿਲਕੁਲ, ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ ਜੇ ਮੈਂ ਆਪਣੀ ਗੱਲ ਚੋਂ ਲੈਣਾ, ਮੰਨ ਲਓ ਵੀ ਮੈਂ ਜੇ ਕਹਾਂ ਪੰਜਾਬੀ ਮਾਂ ਬੋਲੀ ਸੇਵਾ, ਸਾਰੀ ਉਮਰ ਮੇਰਾ ਇਤਬਾਰ ਨਾ ਕਰਿਓ। ਸੇਵਾ ਮੇਰੀ ਤਾਂ ਮੰਨੇਗੀ ਜਦੋਂ ਮੈਂ ਕਹਾਂਗਾ ਵੀ ਮੈਂ ਫਰਾਂਸ ਗਿਆ, ਉੱਥੇ ਪੰਜਾਬੀ ਮਾਂ ਬੋਲੀ ਦੀ ਸੇਵਾ ਗਾਣੇ ਸੁਣਾਏ, ਉਹ ਫਰਾਂਸ ਵਾਲੇ ਪੰਜਾਬੀ ਬੋਲਣ ਲੱਗ ਪਏ ਸਾਰੇ। ਤੇ ਆਪਾਂ ਉੱਥੇ ਜਾ ਕੇ ਫਰੈਂਚ ਸਿੱਖਦੇ ਆ, ਪੰਜਾਬ ਆ ਕੇ ਦੱਸੀ ਮੈਨੂੰ ਫਰੈਂਚ ਆ ਗਈ ਆ, ਮੈਨੂੰ ਡੋਚ ਆ ਗਈ, ਮੈਨੂੰ ਫਲਾਣੀ ਆ ਗਈ ਭਾਸ਼ਾ। ਇਹ ਗੱਲ ਆ ਆਈਲੈਟਸ ਕਰਕੇ ਬਥੇਰੇ ਗਾਇਕ ਵੀ ਬਾਹਰ ਗਏ ਨੇ ਤੇ ਉਹ ਕਹਿੰਦੇ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ। ਇੱਕ ਰਟੀ ਰਟਾਈ ਗੱਲ ਆ ਤੇ ਬਣੀ ਬਣਾਈ ਗੱਲ ਆ ਵੀ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ। ਦੱਸੋ ਕਿਹੜੇ ਦੇ ਗੋਡੇ ਘੁੱਟੇ ਨੇ, ਮੈਨੂੰ ਦੱਸੋ। ਕਈ ਜਿਹੜੇ ਨੇ ਠੀਕ ਠਾਕ ਗਾਇਕ, ਅੱਜ ਉਹਨਾਂ ਦੀ ਫੜ ਲਓ ਨਾ, ਕਿਤੇ ਕੋਈ ਗੀਤ ਫੜ ਲਓ ਕਿਸੇ ਨਾ ਕਿਸੇ ਗਾਣੇ ਦੇ ਵਿੱਚ, ਗੁਲਾਬੀ ਪੰਜਾਬੀ ਜਿਵੇਂ ਕਹਿੰਦੇ ਨੇ ਨਾ ਵੀ ਸ਼ਬਦ ਹਿੰਦੀ ਦੇ ਉਹਨੂੰ ਪੰਜਾਬੀ ਤਰੀਕੇ ਨਾਲ ਗਾਉਣ ਦੀ ਕੋਸ਼ਿਸ਼ ਕਰਦੇ ਆ ਵਿੱਚ, ਉਹ ਮੁੜ ਕੇ ਉਹ ਸ਼ਬਦ ਜਿਹੜੇ ਪੰਜਾਬੀ ਚ ਸਵੀਕਾਰੇ ਜਾਂਦੇ ਆ, ਲੋਕੀ ਸੋਚਣ ਲੱਗ ਪਏ ਸਾਡਾ ਪੰਜਾਬੀ ਦਾ ਸ਼ਬਦ ਹੋਣਾ, ਉੱਥੋਂ ਪੰਜਾਬੀ ਮਾਂ ਬੋਲੀ ਦਾ ਸੇਵਾ ਉਹਦੇ ਕਤਲ ਕਰਨ ਡਏ ਆ। ਹਾਂ, ਜਿਹੜੇ ਚੀਜ਼ਾਂ ਵਧੀਆ ਕਲਮਾਂ ਲਿਖਦੇ ਨੇ, ਅੱਗੇ ਮੈਂ ਤੁਹਾਨੂੰ ਉਦਾਹਰਨ ਵਜੋਂ ਦੱਸਿਆ ਵੀ ਹੈ, ਜਿਵੇਂ ਬਾਕੀ ਗੱਲਾਂ ਵੀ ਲਿਖਦੇ ਨੇ ਕਈ, ਉਹਨਾਂ ਦੀ ਸ਼ਲਾਘਾ ਵੀ ਬਣਦੀ ਹੈ, ਭਾਵੇਂ ਥੋੜੇ ਨੇ। ਹੁਣ ਅੱਜ ਦੇ ਸਮੇਂ 'ਚ ਵੇਖੋ, ਜਿਹੜਾ ਕਿਸਾਨਾਂ ਵਾਲਾ ਮੋਰਚਾ ਚੱਲਣ ਡਿਆ, ਜੇ ਲੋਕ ਫਿਲਮੀ ਹਸਤੀਆਂ ਵੱਲੋਂ, ਕਲਾਕਾਰਾਂ ਵੱਲੋਂ ਵੇਖ ਕੇ ਕੱਪੜੇ ਪਾਉਣੇ ਕਾਪੀ ਕਰਦੇ ਆ, ਤੇ ਉਹਨਾਂ ਵੱਲੋਂ ਵੇਖ ਕੇ ਹੰਗਾਰਾ ਵੀ ਜ਼ਰੂਰ ਭਰਨਗੇ ਸੰਘਰਸ਼ ਨੂੰ, ਪਰ ਕੋਈ ਨਿਕਲ ਕੇ ਨਹੀਂ ਰਾਜੀ। ਜਾਣ ਵਾਲੇ ਗਏ ਨੇ, ਥੋੜੇ ਨੇ, ਇੱਕ ਦੋ ਹੈਗੇ ਨੇ, ਉਹਨਾਂ ਦਾ ਵੇਖੋ। ਜਿੱਥੇ ਮਾੜੀ ਗੱਲ ਕਲਾਕਾਰ ਦੀ ਚੇਤੇ ਰੱਖਦੇ ਹੋ, ਮੈਂ ਪੰਜਾਬੀਆਂ ਨੂੰ ਇਹ ਵੀ ਕਹੂੰਗਾ ਵੀ ਜਿਹੜੇ ਇੱਕ ਦੋ ਤਿੰਨ ਕਲਾਕਾਰ ਗਏ ਆ ਤੁਹਾਡੇ ਕੋਲ, ਇਹਨਾਂ ਦੀ ਗੱਲ ਚੇਤਾ ਵੀ ਰੱਖਿਓ। ਹੁਣ ਗੱਲ ਇਹ ਵੀ ਹੈ ਨਾ, ਬਥੇਰੇ, ਹਾਂ ਮੈਂ ਤੁਹਾਡੀ ਮੈਂ ਗੱਲ ਤੇ ਆਉਣਾ, ਬਹੁਤ ਹੀ ਕਲਾਕਾਰ ਕਿਸਾਨਾਂ ਦੇ ਹੱਕ 'ਚ ਵੀ ਗਏ ਨਹੀਂ, ਪਰ ਉਹ ਕਲਾਕਾਰ ਕਿੱਥੇ ਨੇ ਜਿਹੜੇ ਕਹਿੰਦੇ ਅਸੀਂ ਸੇਵਾ ਕਰਦੇ ਆ, ਪੰਜਾਬੀ ਬੋਲ ਦੀ ਸਹੀ ਗੱਲਾਂ ਕਰਦੇ ਹਨ। ਉਹ ਗਾਇਕ ਜਿਹੜੇ ਹੈਗੇ ਆ, ਉਹ ਨੌਜਵਾਨਾਂ ਨੂੰ ਹਥਿਆਰਾਂ ਵਾਲੇ ਪਾਸੇ ਲਿਜਾਣ ਦੀ ਬਜਾਏ, ਆਪਣੇ ਫੈਨਸ ਨੂੰ ਦੂਜੇ ਕਲਾਕਾਰ ਦੇ ਫੈਨਸ ਦੇ ਨਾਲ ਲੜਾਉਣ ਦੀ ਬਜਾਏ, ਸਹੀ ਤਰੀਕੇ ਦਾ, ਜਿਵੇਂ ਹੁਣ ਆਪਾਂ ਖੇਤੀ ਆਰਡੀਨੈਂਸ ਹੀ ਆ, ਬਥੇਰੇ ਕਲਾਕਾਰ ਕਿਸਾਨਾਂ ਦੇ ਕੋਲ ਗਏ ਨੇ, ਇਹੋ ਜਿਹੀ ਆਰਡੀਨੈਂਸਾਂ ਦੇ ਖਿਲਾਫ ਜਾਗਰੂਕ ਕਿਉਂ ਨਹੀਂ ਕਰਦੇ? ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਨੌਜਵਾਨਾਂ ਨੂੰ ਇਹ ਆਪਣੇ ਜਿਹੜਾ ਵਿਰੋਧੀ ਸਿੰਗਰ ਆ ਉਹਦੇ ਫੈਨਸ ਦੇ ਨਾਲ ਲੜਾਉਣ ਦੇ ਲਈ, ਉਹਨੂੰ ਮੰਦਾ ਚੰਗਾ ਬੋਲਣ ਦੇ ਲਈ ਪ੍ਰੇਰਿਤ ਜ਼ਰੂਰ ਕਰ ਰਹੇ ਆ, ਪਰ ਆਪਣੇ ਹੱਕਾਂ ਹਕੂਕਾਂ ਦੇ ਲਈ ਬੋਲਣ ਦੇ ਲਈ ਪ੍ਰੇਰਿਤ ਕਿਉਂ ਨਹੀਂ ਕਰਦੇ? ਸਰਕਾਰ ਦੀ ਡਾਂਗ ਬੜੀ ਕੈੜੀ ਹੈ। ਇਹ ਹੱਕਾਂ ਹਕੂਕਾਂ ਲਈ ਬੋਲਣ ਲਈ ਮੈਨੂੰ ਭਾਸ਼ਾ ਤੇ ਥੋੜੀ ਅਸਭਿਅਤ ਵਰਤਣੀ ਪਏਗੀ। ਜੇ ਸਪਸ਼ਟ ਕਹਿਣਾ ਤੇ ਫਿਰ ਦੋਵਾਂ ਲੱਤਾਂ ਦੇ ਵਿਚਕਾਰ ਕੁਝ ਲੱਗਾ ਹੋਣਾ ਚਾਹੀਦਾ। ਬਿਲਕੁਲ, ਜੱਟ ਕਰ ਗੱਲ ਕਰਨੀ ਹੈ ਨਾ, ਤੇ ਇਹ ਕਿਸੇ ਭਾਰ ਲੱਤਾਂ ਸਹਿੰਦੀਆਂ ਨਾ ਹੋਣ, ਤੇ ਚਿੱਟੇ ਚਾਨਣ ਦੇ ਦਿਨ ਚ ਆ ਕੇ ਕਿਵੇਂ ਤੁਸੀਂ ਹੱਕ ਹਕੂਕ ਦੀ ਗੱਲ ਕਰਦੇ ਹੋ? ਚਲੋ ਆਪਾਂ ਇੱਧਰਲੇ ਪਾਸੇ ਵੀ ਆ ਜਾਈਏ। ਚਲੋ ਇਹ ਗੱਲ ਨਹੀਂ ਕਰ ਰਹੇ, ਲੋਕਾਂ ਦੀ ਗੱਲ ਇਹ ਜੇ ਨਹੀਂ ਕਰ ਰਹੇ ਤਾਂ ਵੀ ਆਪਾਂ ਇੱਕ ਪਾਸੇ ਛੱਡ ਦਿੰਦੇ ਹਾਂ, ਪਰ ਇਹ ਲੋਕਾਂ ਨੂੰ ਵਰਗਲਾਉਂਦੇ ਕਿਉਂ ਨੇ? ਆਪਣੇ ਲਾਈਵ ਦੇ ਵਿੱਚ ਲਾਈਵ ਹੋ ਕੇ ਲੜੀ ਜਾਂਦੇ, ਸਟੇਜਾਂ ਤੇ ਥਾਪੀਆਂ ਮਾਰੀ ਜਾਂਦੇ, ਚੜ੍ਹ ਕੇ ਆਪਣੇ ਸੀਨੀਅਰਾਂ ਨੂੰ ਬੋਲੀ ਜਾਂਦਾ, ਕੋਈ ਆਪਣੇ ਜੂਨੀਅਰਾਂ ਨੂੰ ਬੋਲੀ ਜਾਂਦਾ, ਕੋਈ ਆਪਣੇ ਫੈਨਸ ਨੂੰ ਕਹੀ ਜਾਂਦਾ ਫਲਾਣੇ ਨੂੰ ਗਾਲਾਂ ਕੱਢ ਦਿਓ, ਡਿਸਲਾਈਕ ਪਾ ਦਿਓ, ਲਾਈਕ ਪਾ ਦਿਓ। ਇਹ ਕਿਹੋ ਜਿਹੀ ਗਾਇਕੀ ਹੈ, ਕਿਹੋ ਜਿਹੀ ਕਲਾਕਾਰਤਾ ਹੈ? ਮੈਂ ਸਿੱਧੂ ਸਾਹਿਬ ਬੇਸਿਕਲੀ ਜਿਹੜਾ ਨਾ, ਮੈਂ ਇਹਨਾਂ ਚੀਜ਼ਾਂ ਧਿਆਨ ਨਹੀਂ ਦਿੰਦਾ, ਕਿਉਂਕਿ ਮੇਰਾ ਕੀਤਾ ਜ਼ਰੂਰ ਹੈ ਗਾਉਣ ਪਾਣੀ, ਬਟ ਮੈਂ ਲਿਟਰੇਚਰ ਜ਼ਿਆਦਾ ਪੜ੍ਹਦਾ, ਤੇ ਮੈਂ ਪੋਲੀਟਿਕਸ ਵੱਲ ਖਾਸ ਕਰਕੇ, ਜਿਹੜੀ ਜੀਓ ਪੋਲੀਟਿਕਸ ਅੱਜ ਕੱਲ੍ਹ ਦੇਸ਼ ਦੀਆਂ ਹੱਦਬੰਦੀਆਂ 4-5 ਦੇਸ਼ਾਂ ਦੀਆਂ ਮੰਨਿਆ ਜਾਂਦਾ ਆਉਣ ਵਾਲੇ 1.5-2 ਸਾਲਾਂ ਦੇ ਵਿੱਚ ਟੁੱਟਣੀਆਂ ਨਵੇਂ ਮੁਲਕ ਬਣਦੇ ਨੇ, ਮੈਂ ਉੱਧਰ ਧਿਆਨ ਜ਼ਿਆਦਾ ਦਿੰਦਾ ਰਾਤ ਦਿਨ, ਕਿ ਕਿਸੇ ਦੇ ਪਿੱਛੇ ਲਾ ਕੇ ਹਸਤੀ ਪੂਜਕ ਬਣ ਕੇ ਟਾਈਮ ਵੇਸਟ ਕਰੋ। ਮੈਂ ਨੌਜਵਾਨਾਂ ਨੂੰ ਇਹੀ ਕਹੂੰਗਾ, ਐਂਟਰਟੇਨਮੈਂਟ ਹੀ ਸਾਰੇ ਸੁਣੋ। ਅੱਛਾ, ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਾਂ, ਕੋਈ ਵੀ ਕਲਾਕਾਰ ਪ੍ਰੇਰਿਤ ਕਿਸੇ ਨੂੰ ਨਹੀਂ ਕਰਦਾ ਆਪਣੇ ਫੈਨਸ ਨੂੰ ਕਿ ਫਲਾਣੇ ਨਾਲ ਲੜੋ, ਫਲਾਣੇ ਨਾਲ ਲੜੋ। ਪਰ ਹੁਣ ਇਹ ਦੇਖਣ ਨੂੰ ਮਿਲ ਰਿਹਾ ਸੋਸ਼ਲ ਮੀਡੀਆ ਤੇ,
ਹੁਣ ਇਹ ਦੇਖਣ ਨੂੰ ਮਿਲ ਰਿਹਾ ਇਹ ਚੀਜ਼ਾਂ ਜੋ ਕਹਿ ਵੀ ਰਹੇ ਨੇ, ਜੋ ਹੁਣ ਤਾਂ ਇਹ ਵੀ ਕਹਿਣ ਲੱਗੇ ਕਿ ਜੇ ਭਾਈ ਖਾੜਿਆਂ ਤੇ ਆਉਣਾ ਤਾਂ ਆਪਣੀ ਗੱਡੀਆਂ ਦੇ ਮੂਹਰੇ ਸਾਡੇ ਨਾਮ ਦੇ ਪੋਸਟਰ ਲਾ ਕੇ ਲੈ ਕੇ ਆਓ। ਤੁਹਾਨੂੰ ਪਤਾ ਹੀ ਹੈ ਮੈਂ ਗੱਲ ਕਿਹਨਾਂ ਦੀ ਕਰ ਰਿਹਾ। ਚਲੋ ਬਟ ਚਲੋ ਮਹਾਰਾਜ ਕਿਰਪਾ ਕਰਨ। ਮੈਂ ਤੇ ਕਹਿੰਦਾ ਵੀ ਸਾਰੇ ਜਿਹੜੇ ਆ ਵੀ ਇਕਜੁੱਟ ਹੋ ਕੇ ਕਿਸੇ ਇੱਕ ਵੱਡੇ ਸੰਘਰਸ਼ ਲਈ ਲੜਨ। ਸਾਫ਼ ਤੌਰ ਤੇ ਆਪਾਂ ਕਹਿ ਦਿੰਦੇ ਹਾਂ ਕਿ ਜਿਹੜਾ ਬੱਬੂ ਮਾਨ ਦੀ ਬੜੀ ਦੇਣ ਹੈ, ਬੱਬੂ ਮਾਨ ਵੀ ਬਹੁਤੇ ਪੰਜਾਬੀਆਂ ਨੂੰ ਚੰਗੇ ਗਾਣੇ ਦੇ ਚੁੱਕਿਆ ਹੈ। ਹੁਣ ਸਿੱਧੂ ਮੂਸੇਵਾਲਾ ਵੀ ਇਹਨਾਂ ਦਿਨਾਂ ਦੇ ਵਿੱਚ ਪੂਰਾ ਛਾਇਆ ਹੋਇਆ। ਸਿੱਧੂ ਮੂਸੇਵਾਲੇ ਦੀ ਤੇ ਬੱਬੂ ਮਾਨ ਦੀ ਜਿਹੜੀ ਲੜਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਦੋਨੇ ਬੜੇ ਵਧੀਆ ਸਿੰਗਰ ਨੇ। ਹਾਲਾਂਕਿ ਚਲੋ ਸਿੱਧੂ ਮੂਸੇਵਾਲਾ ਕੁਝ ਗਾਣੇ ਅਜਿਹੇ ਵਿਵਾਦਤ ਗਾ ਗਿਆ ਜਿਨ੍ਹਾਂ ਦੇ ਕਰਕੇ ਵਿਵਾਦਾਂ ਦੇ ਵਿੱਚ ਹੈ। ਅਸੀਂ ਵੀ ਉਹਦੇ ਖਿਲਾਫ ਕੁਝ ਖਬਰਾਂ ਲਾਈਆਂ ਸੀ, ਉਹ ਵੀ ਸਾਡੇ ਖਿਲਾਫ ਬੋਲਦਾ ਰਿਹਾ। ਪਰ ਅਸੀਂ ਜਿਹੜਾ ਸਹੀ ਹੈ ਔਰ ਗਲਤ ਆ ਗਲਤ ਕਹਿੰਦੇ ਹਾਂ। ਪਰ ਹੁਣ ਜਿਹੜਾ ਇੱਕ ਦੂਜੇ ਨੂੰ ਲਾਈਵ ਹੋ ਕੇ ਬੋਲਦੇ ਨੇ, ਫਿਰ ਉਹਦੇ ਬਾਅਦ ਲੋਕਾਂ ਦੇ ਨੌਜਵਾਨਾਂ ਨੂੰ ਲੜਾ ਦਿੰਦੇ ਨੇ। ਤੁਸੀਂ ਕਿਵੇਂ ਦੇਖਦੇ ਹੋ ਕਿ ਗਾਇਕਾਂ ਨੂੰ ਆਪਸ ਦੇ ਵਿੱਚ ਅਜਿਹਾ ਵਤੀਰਾ ਵਰਤਣਾ ਚਾਹੀਦਾ? ਜੇ ਐਜ਼ ਏ ਕਲਾਕਾਰ ਤੁਹਾਨੂੰ ਮੈਂ ਸਵਾਲ ਪੁੱਛਾਂ। ਮੈਨੂੰ ਵੈਸੇ ਕੋਈ ਪਤਾ ਨਹੀਂ ਇਹੋ ਜਿਹੇ ਕਿਸੇ ਵਿਵਾਦ ਦਾ। ਮੇਰੇ ਤੋਂ ਦੱਸਿਆ ਮੇਰਾ ਵਿਸ਼ਾ ਚੈਪਟਰ ਹੋ ਰਿਹਾ, ਮੇਰਾ ਐਕਚੁਅਲੀ ਮੰਜ਼ਿਲ ਵੀ ਹੋ ਰਿਹਾ ਤੇ ਮੇਰਾ ਰਸਤਾ ਵੀ ਹੋ ਰਿਹਾ। ਬਟ ਜੇ ਕੁਝ ਇਹੋ ਜਿਹਾ ਹੋ ਰਿਹਾ ਤੇ ਕਰਨਾ ਨਹੀਂ ਚਾਹੀਦਾ। ਕੁੜੀ ਵੀ ਮਾਰਨ ਲੱਗੇ ਸੀ, ਉਹ ਫੜ ਵੀ ਲਏ ਉਹ, ਪਰ ਉਹ ਲੋਕ ਫਿਰ ਕੌਣ ਸੀ? ਇਸ ਬਾਰੇ ਮੈਨੂੰ ਹੁਣ ਕੋਈ ਗਿਆਨ ਨਹੀਂ। ਮੈਂ ਤਾਂ ਤੁਹਾਨੂੰ ਦੱਸਿਆ ਵੀ ਇਹ ਤਾਂ ਪੁਲਿਸ ਦਾ ਕੰਮ ਆ। ਪੁਲਿਸ ਹੁਣ ਇਨਕੁਆਇਰੀ ਕਰੂਗੀ, ਦੇਖੂ ਕੌਣ ਬੰਦੇ ਸੀ। ਤੁਹਾਨੂੰ ਕਿਵੇਂ ਲੱਗਦਾ ਕਿ ਨੌਜਵਾਨੀ ਨੂੰ ਅਜਿਹੇ ਪਾਸੇ ਨੂੰ ਤੁਰਨਾ ਚਾਹੀਦਾ? ਗਾਇਕਾਂ ਨੂੰ ਮਾਰਨ ਤੁਰ ਪਏ ਹੈ, ਆਪਣੇ ਹੱਕਾਂ ਦੇ ਲਈ ਲੜਾਈ ਲੜਨ ਸਰਕਾਰ ਦੇ ਖਿਲਾਫ। ਖੇਤੀ ਮਰੀ ਜਾ ਰਹੀ ਹੈ, ਕਿਸਾਨੀ ਮਰੀ ਜਾ ਰਹੀ ਹੈ, ਅਧਿਕਾਰਾਂ ਦੇ ਆਪਣੇ ਅਧਿਕਾਰਾਂ ਦੇ ਲਈ ਲੜਾਈ ਲੜਨ। ਫਿਰ 5 ਸਾਲਾਂ ਬਾਅਦ ਰੋ ਪੈਂਦੇ ਆ ਕਿ ਸਾਨੂੰ ਨੌਕਰੀ ਨਹੀਂ ਮਿਲੀ। ਕੰਮ ਜੋ ਕਿਸੇ ਨੂੰ ਮਾਰਨ ਵਾਲੇ ਕਰਨੇ ਆ, ਅਜਿਹੇ ਕੰਮਾਂ ਦੇ ਵਿੱਚ ਨੌਕਰੀਆਂ ਕਿੱਥੋਂ ਮਿਲ ਜਾਣਗੀਆਂ ਨੌਜਵਾਨਾਂ ਦੇ ਲਈ? ਮੈਂ ਤਾਂ ਜੀ ਕਹੂੰਗਾ ਵੀ ਆਂਦੇ ਵੀ 100 ਹੱਥ ਰੱਸਾ ਸਿਰੇ ਤੇ ਗੰਢ। ਗੁਰਬਾਣੀ ਚੋਂ ਮੈਂ ਉਦਾਹਰਨ ਦੇ ਕੇ ਕਹੂੰਗਾ ਗੱਲ। अब किसी की कान न लहे हैं, राज लहे हैं या लड़ मरे हैं। ਇਸ ਚੀਜ਼ ਦੇ ਧਾਰਨੀ ਬਣ ਕੇ ਪੰਜਾਬ ਦੇ ਇਹ ਬਹੁਤੇ ਬੰਦਿਆਂ ਨੂੰ ਨਹੀਂ ਵੀ ਪਤਾ, ਬਹੁਤੇ ਬੰਦਿਆਂ ਨੂੰ ਤੁਕ ਦਾ ਅਰਥ ਨਹੀਂ ਵੀ ਪਤਾ। ਤੁਸੀਂ ਸਮਝਾ ਦਿਓ। ਮੈਂ ਜੇ ਵੇਖੋ ਜਿਹਨੇ ਸਮਝਣਾ ਉਹਨੇ ਥੋੜੇ ਤੋਂ ਸਮਝ ਜਾਣਾ। ਜਿਹਨੇ ਕਰੰਟ ਕੋ ਤੱਤ ਕੋਈ ਹੈਗਾ, ਜੇ ਮੈਂ ਗੱਲ ਇਲੈਬੋਰੇਟ ਕਰਕੇ ਦੱਸ ਦਿੱਤੀ, ਭਾਵੇਂ ਇਹ ਤੁਕ ਗੁਰਬਾਣੀ ਦੀ ਹੈ, ਤੁਹਾਡੇ ਚੈਨਲ ਬੰਦ ਹੋ ਜਾਣੇ ਨੇ ਇੱਥੇ ਬੈਠੇ। ਇਹੋ ਜਿਹੀ ਕੀ ਗੱਲ ਹੈ ਜਿਹੜੀ ਗੁਰਬਾਣੀ ਦੇ ਕਰਕੇ ਸਾਡੇ ਚੈਨਲ ਬੰਦ ਹੋ ਜਾਣਗੇ? ਗੁਰਬਾਣੀ ਦੀ ਇਸੇ ਤੁਕ ਨੂੰ ਪੜਨ ਕਰਕੇ ਪਰਚੇ ਵੀ ਦਰਜ ਹੋਇਆ ਉਸ ਸੰਘਰਸ਼ ਦੇ ਦੌਰ ਦੇ ਵਿੱਚ। ਵੇਖੋ ਨਾ, ਕੋਈ ਬਹੁਤੀ ਔਖੀ ਗੱਲ ਨਹੀਂ। ਅਬ ਕਿਸੇ ਕੀ ਕਾਨ ਨਾ ਲਹੇ ਹੈ, ਰਾਜ ਲਹੇ ਹੈ ਜਾਂ ਲੜ ਮਰੇ। ਸਿੱਧੀ ਸਿੱਧੀ ਪੰਜਾਬੀ ਹੈ। ਕੀ ਮਤਲਬ ਨਿਕਲਿਆ ਇਹਦਾ? ਇਹਨੂੰ ਚੀਜ਼ ਪੂਰਾ ਨਾ ਕਰੋ ਇਲੈਬੋਰੇਟ, ਤੇ ਵਾਕਈ ਪਰਚਾ ਦਰਜ ਹੋ ਜਾਂਦਾ। ਚਲੋ ਆਪਾਂ ਇਸ ਵਾਲੇ ਪਾਸੇ ਫਿਰ ਨਾ ਜਾਈਏ, ਕਿਉਂਕਿ ਨਾਲ ਤੁਹਾਨੂੰ ਪ੍ਰੋਬਲਮ ਕੋਈ ਖੜੀ। ਕਿਉਂਕਿ ਆਪਾਂ ਸਾਡਾ ਮਕਸਦ ਇਹ ਨਹੀਂ ਹੈ ਕਿ ਕਿਸੇ ਨੂੰ ਕਿਸੇ ਬਗਾਵਤ ਵਾਲੇ ਪਾਸੇ ਪ੍ਰੇਰਿਤ ਕਰਨਾ ਜਾਂ ਕੋਈ ਮਾੜੇ ਕੰਮ ਵਾਲੇ ਪਾਸੇ ਪ੍ਰੇਰਿਤ ਕਰਨਾ। ਸਾਡਾ ਮਕਸਦ ਇਹੀ ਹੈ ਕਿ ਆਪਣੇ ਹੱਕਾਂ ਲਈ ਜਾਗੋ। ਔਰ ਜਿਹੜੀ ਖੇਤੀ ਆਰਡੀਨੈਂਸ ਦੇ ਖਿਲਾਫ ਕਿਸਾਨ ਲੜਾਈ ਲੜ ਰਹੇ ਨੇ ਉਹਦੇ ਵਿੱਚ ਕੀ ਹੈ, ਕਿਉਂਕਿ ਪੰਜਾਬ ਸਰਕਾਰ ਵੀ ਉਸ ਦੇ ਜਿਹੜੇ ਵਿਰੋਧ ਦੇ ਵਿੱਚ ਹੈਗੀ ਆ। ਦੂਜੀ ਗੱਲ ਇਹ ਹੈ ਕਿ ਤੁਸੀਂ ਜਿਹੜਾ ਨਸ਼ੇ ਦਾ ਮੁੱਦਾ ਦੱਸਿਆ ਸੀ, ਉਸ ਮਾਮਲੇ ਤੇ ਵੀ ਆਪਾਂ ਗੱਲਬਾਤ ਕੀਤੀ ਆ, ਤੁਹਾਨੂੰ ਪਤਾ ਹੀ ਆ। ਆਪਾਂ ਉਹਦੇ ਵਿੱਚ ਵੀ ਤੁਸੀਂ ਬੜੇ ਚੰਗੇ ਤਰੀਕੇ ਨਾਲ ਸਮਝਾਇਆ। ਉਹਦੇ ਵਿੱਚ ਵੀ ਆਪਾਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਭਾਈ ਨੌਜਵਾਨਾਂ ਨੂੰ ਨਸ਼ੇ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ, ਆਪਣੇ ਹੱਕਾਂ ਵਾਲੇ ਪਾਸੇ ਜਾਣਾ ਚਾਹੀਦਾ ਹੈ, ਜਾਗਰੂਕ ਹੋਣਾ ਚਾਹੀਦਾ। ਚੀਮਾ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੱਕ ਵਾਰ ਫਿਰ ਤੋਂ ਸਾਡੇ ਨਾਲ ਜੁੜੇ ਸੀਗੇ, ਤੇ ਹੋ ਸਕਦਾ ਕਿ ਦੁਬਾਰਾ ਵੀ ਇੱਕ ਚੰਗੇ ਮੁੱਦੇ ਤੇ ਤੁਹਾਡੇ ਨਾਲ ਫਿਰ ਇੱਕ ਵਧੀਆ ਇੰਟਰਵਿਊ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਇਹ ਸਨ ਅੰਮ੍ਰਿਤ ਚੀਮਾ, ਜੋ ਕਿ ਸੁੱਖਾ ਕਾਲੋਂ ਦੇ ਨਜ਼ਦੀਕੀ ਸਾਥੀ ਰਹਿ ਚੁੱਕੇ ਨੇ, ਪਰ ਅੱਜ ਕੱਲ੍ਹ ਇਹ ਚੰਗੇ ਵਾਲੇ ਪਾਸੇ ਨੂੰ ਤੁਰੇ ਹੋਏ ਨੇ, ਜਾਗਰੂਕ ਕਰਨ ਵਾਲੇ ਪਾਸੇ ਨੂੰ ਨੌਜਵਾਨਾਂ ਨੂੰ ਤੁਰੇ ਹੋਏ ਨੇ। ਚੰਗੀਆਂ ਗੱਲਾਂ ਵੀ ਇਹਨਾਂ ਨੇ ਸਾਨੂੰ ਅੱਜ ਦੱਸੀਆਂ ਨੇ, ਸਿਆਸਤ ਦੀਆਂ ਵੀ ਦੱਸੀਆਂ ਨੇ, ਤੇ ਜਿਹੜਾ ਅਸਲ ਮੁੱਦਾ ਸੀਗਾ ਪੰਜਾਬ ਦਾ, ਸਭ ਤੋਂ ਵੱਡਾ ਮੁੱਦਾ ਸੀ ਡਰੱਗ ਦਾ, ਉਹ ਕਿਵੇਂ ਪੰਜਾਬ ਦੇ ਵਿੱਚ ਆਇਆ, ਕਿਵੇਂ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਥੋਪਿਆ ਗਿਆ, ਇਹਦੇ ਉੱਪਰ ਚਾਨਣਾ ਪਾਇਆ ਗਿਆ। ਉਮੀਦ ਕਰਦੇ ਹਾਂ ਕਿ ਇਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਬਹੁਤੇ ਨੌਜਵਾਨ ਇਸ ਤੋਂ ਪ੍ਰੇਰਿਤ ਹੋ ਕੇ ਅੱਗੇ ਵੀ ਪ੍ਰੇਰਿਤ ਕਰਨਗੇ, ਤੇ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਬਣਾਉਣ ਦੇ ਲਈ ਹੋਰ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਦੱਸਣਗੇ ਕਿ ਇਹ
ਸਰਕਾਰਾਂ ਦੀ ਜਿਹੜੀ ਕੋਝੀ ਚਾਲ ਨੂੰ ਆਪਾਂ ਕਿਵੇਂ ਫੇਲ ਕਰਨਾ ਹੈ। ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।